ਅੱਜ ਆਪਾਂ ਇਹ ਇੱਦਾਂ ਮਾਝ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਾਰ ਜਿਹੜੀ ਲੈ ਰਹੇ ਹਾਂ ਉਹਦੀ 19ਵੀਂ ਪੌੜੀ ਲੈਣੀ ਆ ਆਪਾਂ ਨੇ। ਮਹਾਰਾਜ ਮਿਹਰ ਕਰਨ। ਸ਼ਲੋਕ ਮਹੱਲਾ ਪਹਿਲਾ, ਅੰਗ 147 147। ਸ਼ਲੋਕ ਮਹੱਲਾ ਪਹਿਲਾ। ਪਹਿਰਾਂ ਅਗਨ ਹਿਵੈ ਕਰ ਬਾਂਧਾ, ਭੋਜਨ ਸਾਰ ਕਰਾਈ। ਇਹਦੇ ਵਿੱਚ ਜਿਹੜਾ ਹੈਗੇ ਮਹਾਰਾਜ ਜਿਹੜੇ ਹੈਗੇ ਪਰਮੇਸ਼ਰ ਦੀਆਂ ਦਾਤਾਂ ਜਿਹੜੀਆਂ ਹੈਗੀਆਂ, ਕਹਿੰਦੇ ਜੇ ਇੰਨੀ ਮੇਰੇ ਕਿਸੇ ਇਨਸਾਨ ਦੇ ਅੰਦਰ ਜਿਹੜਾ ਹੈਗਾ ਇੰਨੀ ਸ਼ਕਤੀ ਆ ਜਾਏ, ਇੰਨੀਆਂ ਸਿੱਧੀਆਂ ਆ ਜਾਣ, ਰਿੱਧੀਆਂ ਸਿੱਧੀਆਂ ਆ ਜਾਣ। ਪਹਿਰਾਂ ਅਗਨ ਕਹਿੰਦੇ ਅੱਗ ਦਾ ਹੀ ਕੱਪੜਾ ਪਾ ਲੈ ਅਤੇ ਠੰਡ ਦੇ ਮੌਸਮ ਦੇ ਵਿੱਚ ਹਿਵੈ ਘਰ ਬਾਂਧਾਂ ਅਤੇ ਗਰਮੀ ਦੇ ਵਿੱਚ ਜਿਹੜਾ ਹੈਗਾ ਬਰਫ਼ ਦਾ ਘਰ ਬਣਾ ਲਾਂ, ਬਰਫ਼ ਦੇ ਵਿੱਚ ਘਰ ਬਣਾ ਲਾਂ ਮੈਂ। ਭੋਜਨ ਸਾਰ ਕਰਾਈ, ਭੋਜਨ ਵੀ ਕਹਿੰਦੇ ਆ ਮੈਂ ਇੰਨਾ ਜਿਹੜਾ ਲੋਹਾ ਵੀ ਚੱਬ ਜਾਵਾਂ, ਇੰਨੀ ਮੇਰੇ ਅੰਦਰ ਪਾਵਰ ਹੋਏ। ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ। ਕਹਿੰਦੇ ਜਿੰਨੇ ਵੀ ਦੁੱਖ ਹੈ ਸਾਰਿਆਂ ਨੂੰ ਮੈਂ ਪਾਣੀ ਦੇ ਵਿੱਚ ਘੋਲ ਕੇ ਪੀ ਜਾਵਾਂ, ਬਸ ਸਾਰੇ ਦੁੱਖਾਂ ਦਾ ਮੇਰੇ ਉੱਤੇ ਅਸਰ ਹੀ ਨਾ ਹੋਏ, ਸੁੱਖ ਹੀ ਸੁੱਖ ਹੋਣ। ਧਰਤੀ ਹਾਕ ਚਲਾਈ, ਔਰ ਧਰਤੀ ਸਾਰੀ ਧਰਤੀ ਜਿਹੜੀ ਹੈਗੀ ਉਹ ਮੈਂ ਆਪਣੇ ਹੁਕਮ ਦੇ ਵਿੱਚ ਚਲਾਵਾਂ, ਪੂਰੀ ਧਰਤੀ ਮੇਰੇ ਹੁਕਮ ਦੇ ਵਿੱਚ ਚੱਲੇ। ਤਰ ਤਰਾਜੀ ਅੰਬਰ ਤੋਲਨੀ, ਪਿੱਛੇ ਟੰਕ ਚੜਾਈ। ਔਰ ਅਸਮਾਨ ਨੂੰ ਜਿਹੜਾ ਹੈਗਾ ਉਹਨੂੰ ਵੀ ਮੈਂ ਆਪਣੀ ਪਾਵਰ ਦੇ ਨਾਲ ਜਿਹੜਾ ਹੈਗਾ ਉਸ ਅਸਮਾਨ ਨੂੰ ਵੀ ਮੈਂ ਚਾਰ ਜਿਹੜੇ ਮਾਸੇ ਜਿਹੜੇ ਹੈਗੇ ਆ, ਚਾਰ ਟੰਕ ਕਹਿੰਦੇ ਆ, ਉਹਦੇ ਨਾਲ ਹੀ ਤੋਲ ਲਵਾਂ। ਇੰਨੀ ਮੇਰੇ ਚਾਰ ਮਾਸਿਆਂ 'ਚ ਜਿਹੜੀ ਹੈਗੀ ਆ ਇੰਨਾ ਵਜ਼ਨ ਹੋਏ ਮੇਰੇ ਚਾਰ ਮਾਸਿਆਂ ਦੇ ਵਿੱਚ। ਤਰ ਤਰਾਜੀ ਅੰਬਰ ਤੋਲਨੀ, ਪਿੱਛੇ ਟੰਕ ਚੜਾਈ। ਏਵੜ ਵੱਦਾਂ ਮਾਵਾ ਨਾਹੀਂ, ਸਭ ਸੇ ਨੱਥ ਚਲਾਈ। ਕਹਿੰਦੇ ਮੈਂ ਇੰਨਾ ਵੱਡਾ ਹੋ ਜਾਵਾਂ ਕਿ ਮੈਂ ਕਿਤੇ ਮਾਵਾਂ ਹੀ ਨਾ, ਮੈਂ ਕਿਤੇ ਸਮਾਵਾਂ ਹੀ ਨਾ। ਮੇਰੀ ਇੰਨੀ ਮੇਰੇ ਵਾਸਤੇ ਘੱਟ ਪੈ ਜਾਏ ਸਪੇਸ, ਇੰਨਾ ਮੈਂ ਜਿਹੜਾ ਹੈਗਾ ਵੱਡਾ ਹੋ ਜਾਵਾਂ। ਏਵੜ ਵੱਦਾਂ ਮਾਵਾਂ ਨਾਹੀਂ, ਸਭ ਸੇ ਨੱਥ ਚਲਾਈ। ਔਰ ਸਾਰਿਆਂ ਨੂੰ ਜਿਹੜਾ ਹੈਗਾ ਮੈਂ ਨੱਥ ਕੇ ਜਿਹੜਾ ਹੈਗਾ ਸਾਰਿਆਂ ਦੇ ਨਕੇਲ ਪਾ ਕੇ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਲੈਫਟ ਰਾਈਟ ਕਰਾ ਦਾਂ, ਜਿੱਧਰ ਮੈਂ ਚਾਹਾਂ ਉੱਧਰ ਮੁੜਨ। ਏਤਾ ਤਾਣ ਹੋਵੇ ਮਨ ਅੰਦਰ, ਕਰੀ ਪੇ ਆਖ ਕਰਾਈ। ਕਹਿੰਦੇ ਇੰਨੀ ਪਾਵਰ ਹੋ ਜਾਏ ਮੇਰੇ ਅੰਦਰ, ਮੇਰੇ ਮਨ ਦੇ ਅੰਦਰ, ਜੋ ਮੈਂ ਸੋਚਾਂ ਉਹੀ ਹੋ ਜਾਏ। ਅਤੇ ਜੋ ਮੈਂ ਜਿਹੜਾ ਹੈਗਾ ਔਰ ਦੂਸਰੇ ਵੀ ਜੋ ਮੈਂ ਚਾਹਾਂ ਉਹ ਕਰਨ, ਉਹਨਾਂ ਕੋਲੋਂ ਵੀ ਮੈਂ ਕਰਵਾ ਲਵਾਂ ਅਤੇ ਮੈਂ ਜੋ ਚਾਹਾਂ ਉਹ ਹੋ ਜਾਏ। ਜੇਵੜ ਸਾਹਿਬ ਤੇਵੜ ਦਾਤੀ, ਦੇ ਕਰੇ ਰਜਾਈ। ਕਹਿੰਦੇ ਪਰ ਉਹ ਮਾਲਕ ਪਰਮਾਤਮਾ ਇਹ ਸਾਰੀਆਂ ਦਾਤਾਂ ਰਿੱਧੀਆਂ ਸਿੱਧੀਆਂ ਸਾਰੀਆਂ ਜਿਹੜੀਆਂ ਹੈਗੀਆਂ ਉਸ ਮਾਲਕ ਪਰਮਾਤਮਾ ਦੇ ਸਾਹਿਬ ਤੋਂ ਹੀ ਆਉਣੀਆਂ ਹੈਗੀਆਂ। ਜੇਵੜ ਸਾਹਿਬ ਤੇਵੜ ਦਾਤੀ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਕਿੰਨਾ ਵੱਡਾ ਹੈਗਾ, ਉਹਦਾ ਤਾਂ ਅੰਤ ਪਾਇਆ ਹੀ ਨਹੀਂ ਜਾ ਸਕਦਾ ਭਾਈ, ਅਤੇ ਉਹਦੀਆਂ ਦਾਤਾਂ ਦਾ ਕਿਵੇਂ ਅੰਤ ਪਾਇਆ ਜਾ ਸਕਦਾ ਹੈ। ਜੇਵੜ ਸਾਹਿਬ ਤੇਵੜ ਦਾਤੀ, ਦੇ ਕਰੇ ਰਜਾਈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਣੀ ਰਜ਼ਾ ਦੇ ਨਾਲ ਉਹ ਰਜ਼ਾਈ ਜਿਹੜਾ ਹੈਗਾ ਦਾਤਾਂ ਦਿੰਦਾ ਆ। ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਔਰ ਸਭ ਤੋਂ ਵੱਡੀ ਦਾਤ ਉਸ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਉਹ ਹੈਗੀ ਉਹਦੀ ਬੰਦਗੀ, ਉਹਦਾ ਸੱਚਾ ਨਾਮ, ਪਰਮੇਸ਼ਰ ਦਾ ਧਿਆਨ ਸਿਮਰਨ, ਜਿਹਦੇ ਨਾਲ ਜਿਹੜਾ ਹੈਗਾ ਇਹ ਪ੍ਰਕਿਰਤੀ ਜਿਹੜੀ ਹੈਗੀ, ਇਹ ਸੰਸਾਰ ਜਿਹੜਾ ਹੈਗਾ, ਇਸ 'ਚੋਂ ਜਿਹੜਾ ਹੈਗਾ ਆਪਾਂ ਇਹ ਸਾਈਕਲ ਤੋਂ ਬਾਹਰ ਆ ਸਕਦੇ ਹਾਂ। ਨਹੀਂ ਤਾਂ ਦਾਤਾਂ ਜਿਹੜੀਆਂ ਹੈਗੀਆਂ ਜਿੰਨੀ ਪਾਵਰ ਆ ਜਾਏ, ਜਿੰਨੀਆਂ ਦਾਤਾਂ ਮਿਲ ਜਾਣ, ਜਿੰਨਾ ਵੱਡਾ ਹੋ ਜਾਏ, ਜਿੰਨਾ ਭਾਵੇਂ ਜਿਹੇ ਜਿਹਾ ਮਰਜ਼ੀ ਪਾਵਰ ਲੈ ਲੇ, ਇੱਕ ਦੁਨੀਆ ਕੀ 1000 ਜਿਹੜੇ ਹੈਗੇ ਪਲੈਨਟਸ ਦੇ ਉੱਤੇ ਰਾਜ ਕਰ ਲੈ,
ਤੇ ਨਿਕਲ ਨਹੀਂ ਸਕਦਾ ਭਾਈ। ਉਹ ਟਾਈਮ ਬਾਉਂਡ ਹੈ। ਸਰੀਰ ਜਿਹੜਾ ਹੈਗਾ ਉਹ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਫਿਰ ਵੀ ਕੰਟਰੋਲ ਮਾਲਕ ਦਾ ਹੀ ਹੈਗਾ। ਔਰ ਗਤੀ ਤੋਂ ਜਿਹੜਾ ਹੈਗਾ ਇਹ ਇਸ 'ਚੋਂ ਜਿਹੜਾ ਹੈਗਾ ਇਹ ਜਨਮ ਮਰਨ ਦੇ ਗੇੜ 'ਚੋਂ ਬਾਹਰ ਨਹੀਂ ਆ ਸਕਦਾ। ਜੇ ਬਾਹਰ ਆਉਣਾ ਹੈ ਤਾਂ ਮਾਲਕ ਦੀ ਨਜ਼ਰ ਜਿਹੜੀ ਹੈਗੀ ਸਾਰਿਆਂ ਤੋਂ ਉੱਪਰ ਜਿਹੜਾ ਹੈਗਾ ਉਹ ਨਾਮ, ਸੱਚਾ ਨਾਮ, ਧਿਆਨ ਸਿਮਰਨ, ਮਾਲਕ ਨੂੰ ਯਾਦ ਕਰਕੇ ਹੀ ਆਪਾਂ ਜਿਹੜੇ ਹੈਗੇ ਇਹ ਮਾਇਆ ਤੋਂ, ਇਹ ਵਿਚਾਰਾਂ ਤੋਂ, ਇਹ ਸੰਸਾਰ ਤੋਂ, ਇਹ ਆਕਾਰ ਤੋਂ ਛੁੱਟ ਸਕਦੇ ਹਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਕੱਲ ਆਪਾਂ ਇਹੋ ਵਿਚਾਰ ਕੀਤੀ ਸੀ ਕਿ ਜਦੋਂ ਪਰਮਾਤਮਾ ਖੁਸ਼ ਹੁੰਦਾ, ਜਦੋਂ ਖੁਸ਼ ਹੁੰਦਾ ਤੇ ਸਭ ਤੋਂ ਮਹਿੰਗੀ ਚੀਜ਼ ਉਹ ਮਨੁੱਖ ਨੂੰ ਦਿੰਦਾ ਹੈ, ਉਹ ਹੈ ਆਪਣੀ ਭਗਤੀ। ਇਹ ਸਭ ਤੋਂ ਕੀਮਤੀ ਦਾਤ ਹੈ। ਵਡਿਆਈ ਦਾ ਮਤਲਬ ਹੁੰਦਾ ਉਹਦੀ ਭਗਤੀ ਹੀ, ਸੱਚ ਨਾਮ। ਹਾਂ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਹਾਂ, ਉਹਦੀ ਵਡਿਆਈ ਦਾ ਮਤਲਬ ਹੀ ਹੈ ਕਿ ਉਹਦੀ ਭਗਤੀ। ਔਰ ਸਮਝ ਲਓ ਜੇਕਰ ਤੁਹਾਨੂੰ ਭਗਤੀ ਮਿਲ ਗਈ ਹੈ ਤੇ ਇਹਦੀ ਰਹਿਮਤ ਹੈ, ਇਹ ਉਹਦੀ ਸਮਝ ਲਓ ਕਿ ਦਰਿਆ ਦਿਲੀ ਹੈ। ਉਹ ਸਾਡੀ ਝੋਲੀ 'ਚ ਏਡੀ ਮਹਿੰਗੀ ਚੀਜ਼ ਪਾ ਰਿਹਾ। ਆਪ ਜਸਟ ਸੋਚੋ ਕਿ ਪਰਮਾਤਮਾ ਕਿੱਡਾ ਵਿਸ਼ਾਲ ਹੈ। ਇਹ ਧਰਤੀਆਂ ਧੁਰਤੀਆਂ, ਸੂਰਜ ਪਤਾ ਨਹੀਂ ਕੀ ਕੁਝ, ਪਤਾ ਨਹੀਂ ਕਿੰਨੇ ਕੁ ਰਚੇ ਨੇ ਉਹ ਜਸਟ ਸੋਚੋ ਕਿ ਕਿੰਨਾ ਕੁ ਪਾਵਰਫੁਲ ਹੈ, ਬਹੁਤ ਪਾਵਰਫੁਲ। ਜਦੋਂ ਮੈਂ ਭਗਤੀ ਕਰਦਾ ਸਾਂ ਤੇ ਸੁਰਤੀ ਤਾਂ ਚੜ੍ਹਦੀ ਸੀ, ਬੜਾ ਜੀਵਨ 'ਚ ਉਚਾਈ ਬਹੁਤ ਆਈ, ਮਲੀਨਤਾ ਖਤਮ ਹੋਈ। ਜਦ ਤੱਕ ਉਹ ਤੁਹਾਡੀ ਜ਼ਿੰਦਗੀ ਸੱਚ ਨਹੀਂ ਨਾ ਭੇਜਦਾ, ਤੁਸੀਂ ਸੱਚੇ ਨਹੀਂ ਹੋ ਸਕਦੇ। ਸੱਚਾ ਹੋਣਾ ਕੋਈ ਮਜ਼ਾਕ ਨਹੀਂ ਹੈ। ਇਹ ਨਹੀਂ ਹੈ ਕਿ ਤੁਸੀਂ ਕਿਤਾਬਾਂ ਪੜ੍ਹ ਲਈਆਂ ਤੇ ਇਮਾਨਦਾਰ ਬਣ ਜਾਓਗੇ, ਸੱਚ ਤੇ ਚੱਲਣਾ ਸ਼ੁਰੂ ਕਰ ਦੋਗੇ। ਇਹ ਰਹਿਮਤ ਹੈ ਉਹਦੀ, ਇਹਦੀ ਕਿਰਪਾ ਹੈ। ਔਰ ਜਦ ਤੱਕ ਤੁਹਾਡੇ ਜੀਵਨ 'ਚ ਸੱਚ ਨਹੀਂ ਆਉਂਦਾ, ਉਹਨਾਂ ਚਿਰ ਤੱਕ ਤੁਸੀਂ ਇਹ ਸੰਸਾਰ ਤੋਂ ਬਾਹਰ ਨਹੀਂ ਨਿਕਲ ਸਕਦੇ। ਇਹ ਸਿੰਪਲ ਹੀ ਹੈ, ਬੜੀ ਸਿੰਪਲ ਜਿਹੀ ਚੀਜ਼ ਲੱਗਦੀ ਹੈ ਸੱਚ ਤੇ ਚੱਲਣਾ। ਪਰ ਸੱਚ ਜਿਹੜਾ ਹੈ ਉਹ ਤੁਹਾਡੇ ਅੰਦਰੋਂ ਆਉਣਾ ਚਾਹੀਦਾ। ਇੱਕ ਤੇ ਮਤਲਬ ਮੈਂ ਖੁਦ ਕਰ ਰਿਹਾ, ਉਹ ਇੱਕ ਅਲੱਗ ਚੀਜ਼ ਹੈ। ਇੱਕ ਮੇਰੇ ਤੋਂ ਹੋ ਰਿਹਾ ਹੈ, ਉਹ ਅਲੱਗ ਚੀਜ਼ ਹੈ। ਸੱਚ ਤੁਹਾਡੇ ਅੰਦਰੋਂ ਵਾਪਰੇ, ਨਾ ਕਿ ਤੁਸੀਂ ਸੱਚ ਚਲਾਓ, ਸੱਚ ਤੇ ਚੱਲੋ। ਉਹ ਇੱਕ ਚੱਲਣਾ ਇੱਕ ਅਲੱਗ ਚੀਜ਼ ਹੈ। ਤੁਹਾਡਾ ਜੀਵਨ ਹੀ ਸੱਚ ਬਣ ਗਿਆ, ਉਹ ਬਹੁਤ ਵੱਡੀ ਗੱਲ ਹੈ। ਤੇ ਜਦੋਂ ਆਪਨੇ ਭਗਤੀ ਕੀਤੀ ਨਾ ਤੇ ਸਮਝ ਲਓ ਕਿ ਤੁਹਾਡੇ ਜੀਵਨ 'ਚ ਸੱਚਾਈ ਆ ਜਾਣੀ। ਆਪਣੇ ਆਪ ਕਰਨ ਦੀ ਲੋੜ ਨਹੀਂ ਹੈ। ਬਾਈ ਪ੍ਰੋਡਕਟ ਜਿਹੜਾ ਵਾ ਉਹ ਤੁਹਾਡੇ ਅੰਦਰੋਂ ਚੀਜ਼ ਪੈਦਾ ਹੋਊਗੀ। ਜਿੱਦਾਂ ਫੁੱਲ ਲੱਗਿਆ, ਫੁੱਲ ਤੋਂ ਬਾਅਦ ਫਲ ਲੱਗ ਗਿਆ, ਰੁੱਖ ਨੂੰ ਲੱਗਦਾ ਹੈ, ਪੌਦੇ ਨੂੰ ਲੱਗਦਾ ਹੈ, ਉਹ ਉਹਦਾ ਸੁਭਾਅ ਹੈ। ਉਸੇ ਹੀ ਤਰ੍ਹਾਂ ਸੱਚਾਈ ਜਿਹੜੀ ਆ ਉਹ ਤੁਹਾਡੇ ਜੀਵਨ ਦਾ ਹਿੱਸਾ ਬਣਨਾ ਚਾਹੀਦਾ, ਤੁਹਾਡੇ ਅੰਦਰੋਂ ਪੈਦਾ ਹੋਣੀ ਚਾਹੀਦੀ ਹੈ। ਮਤਲਬ ਇੱਕ ਤੇ ਸਪੈਸ਼ਲ ਮੈਂ ਕਰਨ ਜਾ ਰਿਹਾ, ਉਹ ਇੱਕ ਅਲੱਗ ਚੀਜ਼ ਹੈ। ਇੱਕ ਮੇਰੇ ਤੋਂ ਆਪਣੇ ਆਪ ਹੀ ਹੋ ਰਹੀ ਹੈ, ਉਹ ਬੜੀ ਵੱਡੀ ਗੱਲ ਹੈ। ਹਾਂਜੀ ਰਣਜੀਤ ਜੀ, ਆਪਨੇ ਕੁਛ ਕਹਿਣਾ? ਮਾਈਕ ਔਨ ਕੀਤਾ। ਹਾਂਜੀ ਕਰਤਾ ਬੰਦ। ਹਾਂਜੀ ਠੀਕ ਹੈ ਜੀ। ਉਹ ਪਰਮਾਤਮਾ ਕਿੱਡਾ ਵਿਸ਼ਾਲ ਹੈ। ਇਹ ਬਾਣੀ 'ਚ ਪਹਿਲਾਂ ਵੀ ਆਪਣੀ ਤੋਕ ਆਈ ਸੀ। ਉਹ ਕਹਿੰਦੇ ਕਿ ਵੱਡਾ ਕਹਿਣ ਦੇ ਨਾਲ ਕਿੰਨਾ ਕਹੀਏ ਵੱਡਾ, ਕਿਉਂਕਿ ਉਹਦੇ ਨਾਲ ਕੰਪੇਅਰ ਕਰਨ ਵਾਸਤੇ ਕੋਈ ਚੀਜ਼ ਵੀ ਤੇ ਚਾਹੀਦੀ ਹੈ ਨਾ। ਪਰ ਉਹ ਹੈ ਹੀ ਇੱਕੋ। ਉਹ ਏਡਾ ਵਿਸ਼ਾਲ ਆ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਵੱਡਾ ਹੈ। ਸਾਡੀ ਜਿਹੜੀ ਸੋਚ ਹੈ ਨਾ, ਦੇਖੋ ਸਾਡੀ ਜਿਹੜੀ ਬੁੱਧੀ ਹੈ ਨਾ, ਬੁੱਧੀ ਬਹੁਤੀ ਪਾਵਰਫੁਲ ਨਹੀਂ ਹੈਗੀ। ਬਹੁਤ ਛੋਟੀ ਜਿਹੀ ਬੁੱਧੀ ਹੈ। ਹਾਂ, ਬਾਣੀ ਤਾਂ ਕਹਿੰਦੀ ਭਾਈ ਸੁਣ ਕੇ ਹੀ ਵੱਡਾ ਆਖੀ ਜਾਂਦੇ ਆ ਸਾਰੇ। ਸੁਣ ਵੱਡਾ ਆਖੇ ਸਭ ਕੋਈ, ਕੇਵਟ ਵੱਡਾ ਡੀਠਾ ਹੋਏ। ਕਹਿੰਦੇ ਉਹਦੇ ਤੱਕ ਜਿਹੜਾ ਆਤਮਾ ਤੱਕ ਪਹੁੰਚਦਾ ਤਾਂ ਕੋਈ ਹੈ ਨਹੀਂ, ਜਿਹੜਾ ਪਹੁੰਚਦਾ ਹੈ ਉਹਨੂੰ ਪਤਾ ਲੱਗਦਾ ਹੈ ਭਾਈ ਅਸਲੀਅਤ ਦਾ। ਹਾਂਜੀ ਵੀਰ ਜੀ। ਹਾਂ, ਆਪ ਜਦ ਸੋਚੋ ਕਿ ਜਿਹੜਾ ਅਸੀਂ ਨਾ, ਦੇਖੋ ਆਤਮਾ ਕੀ ਹੈ, ਜਿਹੜੀ ਸਾਡੀ ਆਤਮਾ ਹੈ ਨਾ, ਉਹ ਥੋੜੀ ਜਿਹੀ ਪ੍ਰਕਾਸ਼ ਪੈਦਾ ਕਰਦੀ ਹੈ, ਬਹੁਤ ਮਾਈਨਰ ਜਿਹਾ। ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ ਜੀ ਨਾ, ਤੁਸੀਂ ਅੰਦਰ ਜਾਓਗੇ ਧਿਆਨ ਸਿਮਰਨ 'ਚ, ਤੁਹਾਨੂੰ ਪਤਾ ਲੱਗ ਜਾਏਗਾ ਮੈਂ ਕੀ ਕਹਿ ਰਿਹਾ। ਉਸ ਟਾਈਮ ਤੇ ਤੁਸੀਂ ਥੋੜੇ ਜਿਹੇ ਚੇਤਨ ਰੂਪ 'ਚ ਸਥਿਰ ਹੋ ਜਾਂਦੇ, ਨਿਰਵਿਚਾਰ ਹੋ ਗਏ, ਚੇਤਨ ਰੂਪ 'ਚ ਸਥਿਰ ਹੋ ਗਏ। ਪਰ ਉਹ ਜਿਹੜੀ ਸ਼ਕਤੀ ਹੈ ਜਿਹਨੂੰ ਪਰਮਾਤਮਾ ਕਹਿ ਦਿੰਦੇ ਆ, ਉਹਨੇ ਤੁਹਾਨੂੰ ਘੇਰਿਆ ਹੋਇਆ ਹੈ। ਕਾਫੀ ਵੱਡਾ ਹੈ ਉਹ।
ਔਰ ਇੰਨਾ ਬਰੀਕ ਹੈ ਨਾ, ਉਹ ਚੇਤਨਾ ਦੇ ਵੀ ਅੱਗੇ ਹੈ। ਜਿਹੜਾ ਚੇਤਨ ਹੈ ਨਾ, ਚੇਤਨ ਦਾ ਮਤਲਬ ਆਪਾਂ ਚੇਤਨਾ 'ਚ ਜਾ ਕੇ ਸਥਿਰ ਹੋ ਗਏ ਹਾਂ, ਆਪਣੇ ਆਪ ਦੇ ਸਵੈ ਦੇ ਵਿੱਚ ਅਸਤ ਹੋ ਗਏ ਹਾਂ, ਪਰ ਉਹ ਸਾਡੇ ਤੋਂ ਵੀ ਬਰੀਕ ਹੈ, ਜਿਹਨੇ ਸਾਨੂੰ ਘੇਰਿਆ ਹੋਇਆ ਹੈ, ਕਿਉਂਕਿ ਉਹ ਸਾਡਾ ਲਾਸਟ ਪੁਆਇੰਟ ਹੈ, ਉਸ ਤੋਂ ਅੱਗੇ ਨਹੀਂ ਜਾ ਸਕਦੇ। ਚੇਤਨ 'ਚ ਜਾ ਕੇ ਰੁਕ ਸਕਦੇ ਹਾਂ, ਪਰ ਉਹ ਚੇਤਨ ਤੋਂ ਵੀ ਅੱਗੇ ਬੈਠਾ। ਪਰ ਚੇਤਨ ਉੱਥੇ ਪ੍ਰਗਟ ਹੁੰਦਾ ਵਾ ਜਿੱਥੇ ਜੀਵ ਆ ਜਾਂਦਾ ਹੈ। ਦੇਖੋ ਜੀਵ ਕੀ ਹੈ, ਸਾਡੀ ਆਤਮਾ ਤੇ ਸਾਡੇ ਜੀਵ ਦਾ ਕਨੈਕਸ਼ਨ ਪਤਾ ਕੀ ਹੈ? ਕੇਵਲ ਪ੍ਰਾਣ। ਜਿੰਨਾ ਚਿਰ ਤੱਕ ਪ੍ਰਾਣ ਚੱਲਦੇ ਹਨ ਤਦ ਤੱਕ ਸਾਡਾ ਜਿਹੜਾ ਵਾ ਉਹ ਸਰੀਰ ਦਾ ਕਨੈਕਸ਼ਨ ਹੈਗਾ ਹੈ, ਮਤਲਬ ਆਤਮਾ ਦੇ ਨਾਲ। ਪਰ ਜਦੋਂ ਪ੍ਰਾਣ ਵਿੱਚੋਂ ਨਿਕਲ ਜਾਂਦੇ ਆ, ਉਹ ਇੱਕ ਧਾਗਾ ਵਾ, ਫਿਰ ਜਿਹੜਾ ਸਰੀਰ ਆ ਉਹ ਮਤਲਬ ਉਹ ਨਿਸ਼ਕਿਰਿਆ ਹੋ ਜਾਂਦਾ ਹੈ, ਰੁਕ ਜਾਂਦਾ ਹੈ, ਉਹ 'ਚ ਗਤੀ ਨਹੀਂ ਹੁੰਦੀ। ਆਤਮਾ ਨੂੰ ਅਨੁਭਵ ਕਰਨ ਦੇ ਲਈ ਸਾਡੇ ਅੰਦਰ ਪ੍ਰਾਣ ਹੋਣੇ ਬੜੇ ਜ਼ਰੂਰੀ। ਔਰ ਜਦੋਂ ਤੁਸੀਂ ਆਖਰ ਤੇ ਪ੍ਰਾਣਾਂ ਤੇ ਪਹੁੰਚ ਜਾਂਦੇ, ਜਿਹੜੀ ਚੇਤਨਾ ਕਹਿ ਦਿੰਦੇ ਜੀ ਨਾ ਤੁਸੀਂ, ਚੇਤਨਾ ਹੈਗੀ ਹੈ, ਉਹ ਚੇਤਨਾ ਅਸਲ 'ਚ ਪ੍ਰਾਣ ਹੀ ਹੈ ਜਿਹੜੇ ਤੁਹਾਡੇ ਅੰਦਰ ਚੱਲਦੇ ਆ। ਜਦੋਂ ਸਰੀਰ ਮਤਲਬ ਇਹ ਜਿਹੜਾ ਜੀਵ ਹੈ ਸਰੀਰ ਦਾ ਤਿਆਗ ਕਰ ਦਿੰਦਾ, ਫਿਰ ਪ੍ਰਾਣ ਵਿੱਚ ਨਿਕਲ ਜਾਂਦੇ। ਜਦੋਂ ਪ੍ਰਾਣ ਨਿਕਲ ਜਾਂਦੇ ਨਾਲ ਹੀ ਸਰੀਰ ਠੰਡਾ ਪੈ ਜਾਂਦਾ। ਪ੍ਰਾਣ ਹਨ ਤੇ ਸਰੀਰ ਦੇ ਅੰਦਰ ਗਤੀ ਹੈ, ਸਾਰਾ ਕੁਝ ਹੋ ਰਿਹਾ। ਆਤਮਾ ਜਿਹੜੀ ਆ ਨਾ ਤੇ ਆਉਂਦੀ ਆ ਨਾ ਆਤਮਾ ਜਾਂਦੀ ਹੈ, ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਆਤਮਾ ਜਿਹੜੀ ਇੱਕ ਸਰਵ ਵਿਆਪਕ ਸ਼ਕਤੀ ਹੈ, ਉਹ ਸਾਨੂੰ ਬੁਰਾ ਕੰਮ ਕਰਨ ਤੋਂ ਵੀ ਨਹੀਂ ਰੋਕਦੀ, ਉਹ ਸਾਨੂੰ ਚੰਗਾ ਕੰਮ ਕਰਨ ਤੋਂ ਵੀ ਨਹੀਂ ਰੋਕਦੀ। ਕੰਮ ਕਰਨਾ ਨਹੀਂ ਕਰਨਾ, ਤੁਸੀਂ ਕੰਮ ਤੇ ਜਾਣਾ ਜਾਂ ਨਹੀਂ ਜਾਣਾ, ਘਰੇ ਬਹਿਣਾ, ਲੰਮੇ ਪੈਣਾ, ਸੌਣਾ ਹੈ, ਇਹ ਸਾਰਾ ਸਾਡਾ ਆਪਣਾ ਫੈਸਲਾ ਹੈ। ਪਰ ਇਹਦੇ ਵਿੱਚ ਆਤਮਾ ਕੁਛ ਵੀ ਨਹੀਂ ਕਰਦੀ। ਉਹ ਆਤਮਾ ਦੇਖੋ, ਹੁਣ ਇੱਕ ਲਾਈਟ ਆ, ਇੱਕ ਬਲਬ ਜਗਦਾ ਨਾ, ਤੁਸੀਂ ਉਸ ਬਲਬ ਦੇ ਥੱਲੇ ਭਾਵੇਂ ਪੜ੍ਹ ਲਓ, ਚੰਗੀ ਚੀਜ਼ ਪੜ੍ਹ ਲਓ, ਮਾੜੀ ਚੀਜ਼ ਪੜ੍ਹ ਲਓ, ਚੰਗਾ ਕੰਮ ਵੀ ਕਰ ਸਕਦੇ, ਮਾੜਾ ਕੰਮ ਵੀ ਕਰ ਸਕਦੇ ਆ। ਨਹੀਂ ਸਰ, ਬਲਬ ਥੋੜੀ ਰੋਕਦਾ ਆਪਾਂ ਨੂੰ, ਨਹੀਂ ਤਾਂ ਰੋਕਦਾ ਨਾ। ਉਹ ਸਭ ਆਤਮਾ ਦਾ ਹੈ। ਆਤਮਾ ਤੇ ਕੇਵਲ ਪ੍ਰਕਾਸ਼ ਕਰ ਰਹੀ ਹੈ, ਪ੍ਰਕਾਸ਼ਮਨ ਕਰ ਰਹੀ ਉਹ ਚੀਜ਼। ਉਹ ਜਿਹੜੀ ਚੀਜ਼ ਆਪਾਂ ਕਰਨੀ ਆ ਨਹੀਂ ਕਰਨੀ ਆ, ਇਹ ਸਾਡੇ ਅੰਦਰ ਜਿਹੜਾ ਜੀਵ ਆ ਉਹਦਾ ਫੈਸਲਾ ਹੈ। ਦੇਖੋ ਤੁਹਾਨੂੰ ਲੋਕੀ ਸਮਝਾਉਂਦੇ ਆ ਨਾ ਕਿ ਵੀ ਆਹ ਕੰਮ ਕਰ ਲਾ, ਤੂੰ ਇੱਥੇ ਚੱਲ ਜਾ, ਤੂੰ ਆ ਫਲਾਨੀ ਪੜ੍ਹਾਈ ਕਰ ਲਾ, ਤੂੰ ਏਦਾਂ ਕਰ, ਫਲਾਨੀ ਜਗ੍ਹਾ ਤੇ ਨੌਕਰੀ ਕਰ ਲਾ। ਇਹ ਕੇਵਲ ਤੁਹਾਨੂੰ ਦੱਸ ਰਹੇ ਨੇ, ਤੁਸੀਂ ਕਰਨਾ ਕਿ ਨਹੀਂ ਕਰਨਾ ਇਹ ਤੁਹਾਡਾ ਆਪਣਾ ਫੈਸਲਾ ਹੈ। ਜੀ ਸਾਹਿਬ, ਇਹ ਸੱਚ ਹੈ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਆ। ਇਸ ਕਰਕੇ ਉਹ ਜਿਹੜਾ ਕਰਮ ਕਰਦੇ ਆ ਉਹਦੇ ਲਈ ਫਿਰ ਜ਼ਿੰਮੇਵਾਰ ਵੀ ਅਸੀਂ ਹਾਂ, ਕਿਉਂਕਿ ਅਗਲਿਆਂ ਤੇ ਸਲਾਹ ਦਿੱਤੀ ਹੈ। ਬਿਲਕੁਲ, ਕੀਤਾ ਕਿ ਨਹੀਂ ਕੀਤਾ ਉਸੇ ਲਈ ਅਸੀਂ ਜ਼ਿੰਮੇਵਾਰ ਹਾਂ, ਕਿਉਂਕਿ ਤੁਹਾਡੀ ਮਰਜ਼ੀ ਤੋਂ ਬਿਨਾਂ ਤਾਂ ਤੁਹਾਡਾ ਹੱਥ ਨਹੀਂ ਉੱਪਰ ਥੱਲੇ ਹੋ ਸਕਦਾ। ਸੰਤ ਤੇ ਕਹਿੰਦੇ ਆ ਕਿ ਮੱਖੀ ਵੀ ਜੇ ਬੇਹੋਸ਼ੀ ਚ ਡਾਈ ਹੈ ਨਾ, ਉਹੀ ਮਾੜੀ ਚੀਜ਼ ਹੈ, ਤੇਰੇ ਅੰਦਰ ਹੀ ਨਹੀਂ ਹੋ ਚਾਹੀਦੀ। ਠੀਕ ਹੈ ਜੀ, ਅੱਗੇ ਚਲੋ ਨਜਰ ਸਾਹਿਬ। ਹਾਂਜੀ, ਤੇ ਕਹਿੰਦੇ ਇਹਦੇ ਵਿੱਚ ਜਿਹੜੇ ਹੈਗੇ ਪਹਿਰਾ ਅਗਨ ਹਿਵੇ ਕਰ ਬਾਂਦਾ ਭੋਜਨ ਸਾਰ ਕਰਾਈ। ਕਹਿੰਦੇ ਜੇ ਮੈਨੂੰ ਇੰਨੀ ਪਾਵਰ ਮਿਲ ਜਾਏ, ਮੇਰੇ ਅੰਦਰ ਇੰਨੀ ਸਿੱਧੀ ਰਿੱਧੀ ਆ ਜਾਏ, ਜਿੰਨੀਆਂ ਸ਼ਕਤੀਆਂ ਆ ਜਾਣ ਕਿ ਇਹ ਸਾਰਾ ਜਿਹੜਾ ਹੈਗਾ ਆ ਮੇਰੇ ਅੰਦਰ ਜਿਹੜੇ ਹੈਗੇ ਸਾਰੇ ਦੁੱਖ ਵੀ, ਮੈਂ ਸਾਰੇ ਦੁੱਖ ਜਿਹੜੇ ਹੈਗੇ ਪਾਣੀ ਮੰਗਰ ਪੀ ਜਾਵਾਂ, ਸੁਖੀ ਸੁੱਖ ਹੋਣ ਮੇਰੇ ਜੀਵਨ ਦੇ ਵਿੱਚ, ਸਾਰੀ ਧਰਤੀ ਨੂੰ ਮੈਂ ਜਿਹੜਾ ਹੈਗਾ ਅੱਗੇ ਲਾ ਲਾਂ ਅਤੇ ਆਕਾਸ਼ ਤੱਕ ਮੇਰੀ ਪਹੁੰਚ ਹੋ ਜਾਏ, ਆਕਾਸ਼ ਨੂੰ ਵੀ ਮੈਂ ਜਿਹੜਾ ਹੈਗਾ 4 ਟੰਕ ਦੇ ਨਾਲ ਤੋਲ ਲਵਾਂ ਅਤੇ ਇੰਨਾ ਵੱਡਾ ਹੋ ਜਾਵਾਂ, ਸਾਰੀ ਜਿਹੜੀ ਹੈਗੀ ਸਾਰੀ ਧਰਤੀ ਜਿਹੜੀ ਹੈਗੀ, ਸਾਰੇ ਜੀਵ ਜਿਹੜੇ ਹੈਗੇ ਉਹਨਾਂ ਨੂੰ ਨੱਥ ਲਵਾਂ ਅਤੇ ਜੋ ਮੈਂ ਚਾਹਾਂ ਉਹ ਮੈਂ ਕਰਾਂ ਅਤੇ ਜੋ ਮੈਂ ਚਾਹਾਂ ਉਹ ਮੈਂ ਕਰਵਾਵਾਂ। ਕਹਿੰਦੇ ਫਿਰ ਵੀ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਦਾਤ ਜਿਹੜੀ ਹੈਗੀ ਆ, ਇਹਦੇ ਨਾਲ ਜਿਹੜਾ ਹੈਗਾ ਇਨਸਾਨ ਇਹ ਸਾਈਕਲ ਤੋਂ ਬਾਹਰ ਨਹੀਂ ਹੋ ਸਕਦਾ। ਉਹ ਜਿਹੜੀ ਬਾਹਰ ਹੋਣਾ ਹੈਗਾ ਅਤੇ ਮਾਲਕ ਪਰਮਾਤਮਾ ਦੀ ਦਾਤ, ਉਹਦੀ ਨਜ਼ਰ ਦਾ ਪਾਤਰ ਬਣਨਾ ਪਊਗਾ ਔਰ ਜਿਹੜਾ ਹੈਗਾ ਉਹ ਧਿਆਨ ਸਿਮਰਨ ਕਰਕੇ ਇਹ ਮਾਇਆ ਨੂੰ ਜਿਹੜਾ ਹੈਗਾ, ਇਹ ਮਾਇਆ ਹੀ ਰੁਕਾਵਟ ਹੈਗੀ। ਮਾਇਆ ਜਿੰਨੀ ਮਰਜ਼ੀ ਮਾਇਆ ਦੇ ਵਿੱਚ ਵੱਡੇ ਹੋ ਜਾ, ਪਾਵਰ ਜਿੰਨੀ, ਸ਼ਕਤੀ ਜਿਹੜੀ ਹੈ ਮਾਇਆ ਸ਼ਕਤੀ ਹੈ, ਜਿੰਨੀ ਮਰਜ਼ੀ ਸ਼ਕਤੀ ਲੈ ਲਾ, ਪਰ ਇਹ ਸ਼ਕਤੀ ਆ ਇਹ ਮਾਲਕ ਪਰਮਾਤਮਾ ਦੀ ਬਣਾਈ ਹੋਈ ਹੈਗੀ ਭਾਈ, ਉਹ ਜਾਦੂਗਰ ਦੀ ਸ਼ਕਤੀ ਹੈਗੀ ਆ। ਇਹਦੇ ਨਾਲ ਜਿਹੜਾ ਹੈਗਾ ਆਪਾਂ ਜਾਦੂਗਰ ਤੱਕ ਨਹੀਂ ਪਹੁੰਚ ਸਕਦੇ, ਬਸ ਇੰਨੀ ਕੀ ਗੱਲ ਹੈਗੀ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਭਾਵੇਂ ਇੰਨੀ ਸ਼ਕਤੀ ਤੇਰੇ ਅੰਦਰ ਆ ਜਾਏ,
ਪਰ ਆਖਰ ਤੇ ਗੱਲ ਜਿਹੜੀ ਆ ਉਹ ਨਿਭਣੀ ਨਿਜਰ ਸਾਹਿਬ ਤੁਹਾਡੀ ਆਤਮਾ ਤੱਤ ਦੀ ਅਨੁਭੂਤੀ ਤੇ ਨਿਭਣੀ। ਹਾਂ, ਕਿਉਂਕਿ ਜਿੰਨਾ ਚਿਰ ਤੱਕ ਆਤਮਾ ਨੂੰ ਤੁਸੀਂ ਜਾਣਿਆ ਹੀ ਨਹੀਂ, ਉਹ ਪ੍ਰਮਾਤਮਾ ਨੂੰ ਨਹੀਂ ਜਾਣਿਆ, ਇਹ ਸ਼ਕਤੀਆਂ ਸ਼ੁਕਤੀਆਂ ਤੇ ਕੇਵਲ ਪਦਾਰਥੀਵਾਦੀ ਹੈ ਨਾ, ਪਦਾਰਥਾਂ ਦੇ ਪ੍ਰਤੀ ਹੈ, ਹੋਰ ਸ਼ਕਤੀ ਕੀ ਹੈ? ਬਿਲਕੁਲ। ਆਪਾਂ ਦੇਖੋ ਕਈਆਂ ਨੂੰ ਕਿੰਨੇ ਇਨਸਾਨਾਂ ਕੋਲ ਕਿੰਨੀ ਪਾਵਰ ਆ ਜਾਂਦੀ ਹੈ, ਉਹ ਮਾੜਾ ਜਿਹਾ ਸਾਈਨ ਕਰ ਦਿੰਦਾ ਵਾ, ਉਹ ਕਾਨੂੰਨ ਬਣ ਜਾਂਦਾ। ਕਿੰਨੀ ਪਾਵਰ ਹੈ, ਪਰ ਕੀ ਉਹ ਸਾਈਨ ਕਰਨ ਦੇ ਨਾਲ ਉਹ ਕੀ ਹੋ ਜਾਂਦਾ ਹੈ? ਇਹ ਜ਼ਰੂਰ ਹੈ ਕਿ ਉਹ ਸੰਸਾਰ ਦੇ ਵਿੱਚ ਕੋਈ ਕਾਨੂੰਨ ਬਣਾ ਸਕਦਾ ਹੈ, ਕੋਈ ਚੀਜ਼ ਬਣਾ ਸਕਦਾ ਹੈ, ਕਿਸੇ ਚੀਜ਼ ਦਾ ਹੁਕਮ ਦੇ ਸਕਦਾ ਵਾ, ਕਿਸੇ ਤੇ ਅਟੈਕ ਕਰਵਾ ਸਕਦਾ ਹੈ, ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਭ ਸੰਸਾਰ ਦੀਆਂ ਨੇ, ਔਰ ਇਹ ਚੀਜ਼ਾਂ ਸੰਸਾਰ 'ਚ ਹੀ ਬਿਨਸ ਜਾਣੀਆਂ। ਔਰ ਇਸੇ ਤਰ੍ਹਾਂ ਹੀ ਉਹ ਕਹਿੰਦੇ ਨੇ ਭਾਵੇਂ ਤੇਰੇ ਕਹਿਣ ਤੇ ਅਸਮਾਨ ਅੱਗੇ ਪਿੱਛੇ ਹੋ ਜੇ, ਭਾਵੇਂ ਧਰਤੀ ਘੁੰਮ ਜੇ, ਭਾਵੇਂ ਆਕਾਸ਼ ਘੁੰਮ ਜੇ, ਭਾਵੇਂ ਸੂਰਜ ਘੁੰਮ ਜੇ, ਪਰ ਆਖਰ ਦੇ ਵਿੱਚ ਜਿਹੜੀ ਵੈਲਿਊ ਵਾਲੀ ਚੀਜ਼ ਆ ਉਹ ਹੈ ਤੇਰੀ ਆਤਮਾ। ਕਿਉਂਕਿ ਸ਼ਕਤੀਆਂ ਸ਼ੁਕਤੀਆਂ ਸਾਨੂੰ ਨਹੀਂ ਚਾਹੀਦੀਆਂ, ਔਰ ਨਾ ਹੀ ਕਿਤੇ ਮੰਗਿਓ, ਇਹ ਵੀ ਚੀਜ਼ ਸੋਚਿਓ, ਕਿਉਂਕਿ ਇਹ ਸਭ ਇਹ ਮਤਲਬ ਜ਼ਰੂਰੀ ਨਹੀਂ ਹੈ ਸਾਨੂੰ, ਇਹ ਐਸੀ ਸ਼ਕਤੀ ਚਾਹੀਦੀ ਵੀ ਨਹੀਂ। ਕੀ ਕਰਨੀ ਸ਼ਕਤੀ? ਆਪਾਂ ਰੋਟੀ ਪਾਣੀ ਖਾਣਾ, ਆਪਣਾ ਜੀਵਨ ਚਲਾਉਣਾ। ਔਰ ਇਹ ਵੀ ਗੱਲ ਸਾਧ ਸੰਗਤ ਜੀ ਸੱਚ ਜੇ, ਬਹੁਤ ਸਾਰੇ ਲੋਕ ਨਾ ਸ਼ਕਤੀਆਂ ਦੇ ਲਈ ਵੀ ਭਗਤੀ ਕਰਦੇ ਜੀ, ਉਹ ਚਾਹੁੰਦੇ ਮੇਰੇ 'ਚ ਸ਼ਕਤੀ ਹੈ, ਮੈਂ ਮਤਲਬ ਫਲਾਨਾ ਕੰਮ ਕਰਾਂ, ਜਾਂ ਮੈਂ ਕੁਛ ਚੀਜ਼ ਗੈਪ ਕਰਦਾ, ਜਾਂ ਚੀਜ਼ ਮਤਲਬ ਪ੍ਰਾਪਤ ਕਰ ਲਾਂ। ਇਸੇ ਤਰ੍ਹਾਂ ਦੇ ਲੋਕ ਵੀ ਹਨ ਸੰਸਾਰ ਤੇ, ਔਰ ਉਹ ਏਦਾਂ ਦਾ ਕੰਮ ਕਰਦੇ ਆ ਕਿ ਉਹ ਮਤਲਬ ਉਹ ਚਾਹੁੰਦੇ ਕਿ ਸਾਡੇ ਅੰਦਰ ਸ਼ਕਤੀ ਆ, ਉਹ ਭਗਤੀ ਵੀ ਇਸ ਲਈ ਕਰਦੇ। ਪਰ ਬਾਣੀ ਇਹ ਕਹਿੰਦੀ ਹੈ ਕਿ ਆਖਰ ਤੇ ਗੱਲ ਉਹਨਾਂ ਨੇ ਖਤਮ ਕੀਤੀ ਹੈ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਉਹ ਕੇਵਲ ਸੱਚ ਦੇ ਨਾਮ ਲਈ, ਉਹਦੀ ਵਡਿਆਈ ਕਰਨ ਲਈ ਹੈ। ਔਰ ਜੇਕਰ ਸਾਨੂੰ ਇਹ ਦੋ ਚੀਜ਼ਾਂ ਮਿਲ ਗਈਆਂ ਨੇ, ਸੱਚ ਤੇ ਚੱਲਣਾ ਤੇ ਭਗਤੀ, ਇਹ ਬਹੁਤ ਵੱਡੀ ਗੱਲ ਹੈ। ਦੇਖੋ ਪਤਾ ਕੀ, ਇਹ ਸੰਸਾਰ ਤੇ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਬਾਹਰ ਆਉਣਾ, ਹੋਰ ਕੋਈ ਤਰੀਕਾ ਨਹੀਂ ਹੈਗਾ। there is not other way, you cannot go out। ਇਹ ਪ੍ਰਕਿਰਤੀ ਜਿਹੜੀ ਹੈ ਨਾ, ਪ੍ਰਕਿਰਤੀ ਤਦ ਤੱਕ ਤੁਹਾਨੂੰ ਜਾਂ ਮੈਨੂੰ ਜਾਂ ਨਿੱਜਰ ਸਾਹਿਬ ਨੂੰ ਇਸ ਸੰਸਾਰ ਤੇ ਭੇਜੇਗੀ ਜਦ ਤੱਕ ਇਮਤਿਹਾਨ ਪਾਸ ਨਹੀਂ ਹੁੰਦਾ। ਇਮਤਿਹਾਨ ਕਾਫੀ ਔਖਾ, ਉਹ ਹੈ ਸੱਚ। ਰਾਮ ਕਬੀਰਾ ਏਕ ਭਏ ਕੋਈ ਨਾ ਸਕੇ ਪਛਾਣੀ, ਇਹਦਾ ਮਤਲਬ ਕਬੀਰ ਕਿੰਨਾ ਕੁ ਪਵਿੱਤਰ ਹੋ ਗਿਆ। ਕਬੀਰ ਸਾਹਿਬ ਕਹਿੰਦੇ ਨੇ, ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਦੇਖੋ ਉਹ ਕਲੇਮ ਕਰ ਰਹੇ ਨੇ ਅਗਲੇ, ਨਿਸ਼ਾ ਸਾਹਿਬ ਬਿਲਕੁਲ ਬਿਲਕੁਲ ਕਲੇਮ ਕਰ ਰਹੇ, ਓਪਨਲੀ ਕਲੇਮ ਕਰ ਰਹੇ ਨੇ ਅਗਲੇ ਬੈਠੇ ਬੈਠੇ ਕਿ ਬਈ ਉਹ ਨਿਰਮਲ ਹੋ ਗਏ ਨਹੀਂ। ਫਿਰ ਕੀ ਹੋਇਆ? ਫਿਰ ਰਾਮ ਤੇ ਕਬੀਰ ਇੱਕ ਹੋ ਗਿਆ। ਹੁਣ ਨਹੀਂ ਉੱਥੇ ਗੈਪ ਹੀ ਨਹੀਂ ਹੈਗਾ, ਕਿਉਂਕਿ ਤੁਸੀਂ ਕਿੱਥੇ ਪਹੁੰਚ ਗਏ ਜੋ? ਪੁਰਸ਼ 'ਚ ਪਹੁੰਚ ਗਏ ਜੋ। ਔਰ ਜਦ ਤੱਕ ਮੈਂ ਪੁਰਸ਼ 'ਚ ਨਹੀਂ ਨਾ ਪਹੁੰਚਾਂਗਾ, ਉਹਨਾਂ ਚਿਰ ਮੈਂ ਪਵਿੱਤਰ ਨਹੀਂ ਹੋ ਸਕਦਾ। ਮੇਰੀ ਇੰਦਰੀਆਂ ਦੇ ਵਿਸ਼ੇ ਨੇ, ਵਿਕਾਰ ਨੇ, ਉਹ ਜਦੋਂ ਵੀ ਸਾਹਮਣੇ ਖੁਰਾਕ ਮਿਲੇਗੀ ਉੱਡਣੀਆਂ ਇਹਨਾਂ ਨੇ, ਉੱਡ ਕੇ ਉੱਧਰ ਜਾਣਗੀਆਂ। ਪਰ ਫਿਰ ਇਹ ਜਾਣਗੀਆਂ ਨਹੀਂ। ਕਿਉਂ ਨਹੀਂ ਜਾਣਗੀਆਂ? ਕਿਉਂਕਿ ਪੁਰਸ਼ ਚੱਲ ਗਈਆਂ ਨੇ। ਪੁਰਸ਼ ਦੇ ਵਿੱਚ ਜਦੋਂ ਇੰਦਰੀਆਂ ਦਾ ਜਿਹੜਾ ਸੰਪਰਕ ਨਹੀਂ ਹੁੰਦਾ, ਉੱਥੇ ਜਦੋਂ ਸੁਰਤੀ ਚੱਲ ਜਾਂਦੀ ਆ, ਉਹ ਫਿਰ ਉੱਥੇ ਕੋਈ ਜਾ ਹੀ ਨਹੀਂ ਸਕਦਾ, ਪੁਰਸ਼ ਇਕੱਲਾ ਬੈਠਾ ਵਾ। ਜਦੋਂ ਤੁਸੀਂ ਪੁਰਸ਼ 'ਚ ਚੱਲ ਗਏ ਨਾ, ਫਿਰ ਅਗਿਆਨ, ਭਰਮ, ਅਵਿਦਿਆ, ਵਹਿਮ ਸਭ ਖਤਮ ਹੋ ਜਾਣਗੇ। ਕੋਈ ਮੋਹ ਨਹੀਂ ਹੈਗਾ, ਕੋਈ ਕਾਮ ਨਹੀਂ, ਕ੍ਰੋਧ ਨਹੀਂ ਹੈਗਾ, ਕਿਉਂਕਿ ਉਹ ਪ੍ਰਕਿਰਤੀ ਤੋਂ ਅੱਗੇ ਚੱਲ ਗਏ ਤੁਸੀਂ। ਔਰ ਜਦੋਂ ਪ੍ਰਕਿਰਤੀ ਤੋਂ ਅੱਗੇ ਚੱਲ ਜਾਂਦੇ ਆ, ਫਿਰ ਅਸੀਂ ਕੀ ਹੁੰਦੇ ਆ? ਪਵਿੱਤਰ ਹੋ ਜਾਂਦੇ ਆ। ਤੇ ਤਾਂ ਹੀ ਉਹ ਕਬੀਰ ਸਾਹਿਬ ਤੇ ਕਹਿੰਦੇ ਆ, ਮਨ ਨਿਰਮਲ ਪਿਆ। ਹੁਣ ਨਿਰਮਲ ਹੋ ਗਿਆ ਸਭ ਕੁਛ, ਹੁਣ ਉਹਦੇ 'ਚ ਮਲੀਨਤਾ ਨਹੀਂ ਹੈਗੀ। ਕਿਉਂ ਨਹੀਂ ਮਲੀਨਤਾ ਹੈਗੀ? ਉਹ ਪਾਰਸ ਦੇ ਵਿੱਚ ਜਲ ਗਈ ਹੈ ਸੁਰਤੀ, ਆਤਮਾ 'ਚ। ਔਰ ਜਦੋਂ ਤੁਸੀਂ ਆਤਮਾ 'ਚ ਚੱਲ ਗਏ, ਔਰ ਜਿਹੜਾ ਤੁਹਾਡੇ ਅੰਦਰ ਚੇਤਨ ਹੈ ਨਾ, ਥੋੜਾ ਜਿਹਾ ਚੇਤਨ, ਉਹ ਫਿਰ ਕੀ ਕਰਦਾ ਹੈ? ਬਾਣੀ ਫਿਰ ਉਸ ਨੂੰ ਤਸਦੀਕ ਕਰਦੀ ਹੈ, ਜਬ ਜਾਨਾ ਤਬ ਹੀ ਮਾਨਾ। ਜਦੋਂ ਉੱਥੇ ਜਾ ਕੇ ਵੇਖਦਾ ਹੈ ਨਾ, ਆਤਮਾ ਨੂੰ ਦੇਖਦਾ ਹੈ, ਉਹ ਨਾ ਚਿਰ ਮੰਨੇਗਾ ਨਹੀਂ, ਰਾਹ 'ਚ ਤੁਰਿਆ ਜਾਵੇਗਾ। ਪਰ ਜਦੋਂ ਦੇਖ ਲੈਂਦਾ ਫਿਰ ਮੰਨ ਜਾਂਦਾ। ਫਿਰ ਕਬੀਰ ਸਾਹਿਬ ਦੀ ਉਤੋਂ ਫਿਰ ਅੱਗੇ ਆ ਜਾਂਦੀ ਹੈ ਕਿ ਮੈਂ ਹੁਣ ਨਿਰਮਲ ਹੋ ਗਈ, ਕਿਉਂਕਿ ਵੇਖ ਲਿਆ ਨੇ ਜਾ ਕੇ ਅੰਦਰ। ਔਰ ਜਦੋਂ ਬਾਰ-ਬਾਰ ਆਤਮਾ ਨੂੰ ਜਾ ਕੇ ਮਨ ਵੇਖਦਾ ਹੈ ਨਾ, ਤੇ ਫਿਰ ਇਹ ਅਗਿਆਨ ਦੇ, ਭਰਮ ਦੇ, ਇਹ ਸਾਰੇ ਕੱਪੜੇ ਉਤਾਰ ਦਿੰਦਾ ਹੈ। ਬਹੁਤ ਪੁਰਾਣਾ ਹੈ ਮਨ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ। ਪਤਾ ਨਹੀਂ ਕਹਿੰਦੇ ਕਿ ਕਿੰਨਾ ਸਮੇਂ ਤੋਂ ਚੱਲ ਰਹੇ ਹਾਂ ਆਪਾਂ ਕਈ ਵਾਰੀ ਕਹਿ ਤੇ ਦੇਈਦਾ ਨਾ ਕਿ ਆਹ ਦੇਖ ਵੀ ਆ ਬੰਦਾ ਬੜਾ ਮਾੜਾ ਹੈ, ਸੁਧਰਦਾ ਨਹੀਂ, ਇਹਨੂੰ ਕਿੰਨਾ ਸਮਝਾਈਦਾ। ਉਹ ਕਿੱਥੋਂ ਸਮਝੇ, ਉਹ ਕਿੱਥੋਂ ਸੁਧਰੇ, ਉਹ ਕਿੱਦਾਂ ਕੁ ਤੁਰਿਆ ਆਉਂਦੇ ਆ ਮਗਰ ਨੂੰ।
ਹੁਣ ਨਿੱਜਰ ਸਾਹਿਬ ਜਿੱਦਾਂ ਦਾ ਉਹ ਖਾਣ ਦੇ ਵਿੱਚੋਂ ਲੰਘਣ ਲਿਆ, ਹੁਣ ਮੈਂ ਇੱਕ ਖਾਣ ਆ, ਕੋਇਲੇ ਦੀ ਖਾਣੇ ਵਿੱਚੋਂ ਦੀ ਲੰਘਾਂਗਾ, ਕੱਪੜੇ ਮੇਰੇ ਕਾਲੇ ਹੋ ਜਾਣੇ, ਬਿਲਕੁਲ ਕਾਲੇ ਹੋ ਜਾਣੇ ਆ। ਹੁਣ ਉਹ ਸੰਸਕਾਰ ਜਿਹੜੇ ਨੇ ਉਹਦੇ ਅੰਦਰ ਹੈਗੇ ਨੇ, ਔਰ ਹਰ ਇੱਕ ਬੰਦਾ ਯੂਨੀਕ ਹੈਗਾ। ਬਾਣੀ 'ਚ ਵੀ ਇਹ ਗੱਲ ਸਮਝਾਈ ਹੈ, ਕਹਿੰਦੇ ਮੇਰੇ ਕਰਤੇ ਤਾਂ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਕਿਉਂ ਨਹੀਂ ਉਪਾਇਆ? ਕਿਉਂਕਿ ਹਰ ਆਪੋ ਆਪਣੇ ਸਫ਼ਰ ਤੇ ਨਿਕਲੇ ਹੋਏ ਆ। ਇਹ ਜਿਹੜਾ ਆਪਾਂ ਸੰਸਾਰ ਤੇ ਸਫ਼ਰ ਕੱਟਣ ਦੇ ਨਾ, ਕੋਈ ਘਰ ਦਾ ਬਣਿਆ, ਕੋਈ ਘਰ ਦੀ ਬਣੀ, ਕੋਈ ਬੱਚੇ ਬਣੇ, ਉਹ ਤੁਹਾਡੇ ਨਾਲ ਰਹਿ ਰਹੇ ਨੇ, ਪਰ ਤੁਹਾਡਾ ਉਹਨਾਂ ਦਾ ਕੋਈ ਮਿਲਣ ਨਹੀਂ ਹੈਗਾ। ਉਹਨਾਂ ਦੀ ਆਪਣੀ ਯਾਤਰਾ, ਡਿਫਰੈਂਟ ਪੀਪਲ। ਬਿਲਕੁਲ ਉਹਨਾਂ ਦੀ ਆਪਣੀ ਯਾਤਰਾ ਹੈਗੀ ਆ। ਤੁਸੀਂ ਦੱਸੋ ਭਲਾ, ਤੁਸੀਂ ਕਹੋ ਕਿ ਯਾਰ ਬੱਚਾ ਮੇਰਾ ਵਾ, ਉਹ ਕਹੂਗਾ ਤੇਰੇ ਵਰਗਾ ਤਾਂ ਕੁਛ ਹੈ ਹੀ ਨਹੀਂ ਮੇਰੇ ਚ, ਮੈਂ ਟੋਟਲੀ ਡਿਫਰੈਂਟ ਹਾਂ, ਆਈ ਐਮ ਡਿਫਰੈਂਟ ਪਰਸਨ। ਔਰ ਉਹ ਸੱਚ ਹੈ। ਹੁਣ ਇੱਕ ਪਤੀ ਪਤਨੀ ਆ, ਉਹ ਵੱਖਰੀ ਗੱਲ ਹੈ, ਆਪਾਂ ਆਨੰਦ ਕਾਰਜ ਕਰਤਾ, ਵਿਆਹ ਕਰਤਾ, ਇਕੱਠੇ ਰਹੀ ਜਾਂਦੇ ਆ, ਪਰ ਉਹ ਅੰਡਰਸਟੈਂਡਿੰਗ ਜਿਹੜੀ ਆ ਉਹ ਤੁਹਾਡੀ ਬਣਨੀ ਨਹੀਂ ਹੈ, ਕਿਉਂਕਿ ਉਹ ਇੱਕ ਅਲੱਗ એનર્ਜੀ ਆ, ਤੁਸੀਂ ਇੱਕ ਅਲੱਗ એનર્ਜੀ ਜੋ। ਹਾਂ, ਕੁਛ ਗੱਲਾਂ ਹੈਗੀਆਂ ਨੇ ਜਿੱਥੇ ਤੁਹਾਡਾ ਕੰਪਰੋਮਾਈਜ਼ ਹੁੰਦਾ। ਕੰਪਰੋਮਾਈਜ਼ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਰਿਸ਼ਤੇ ਨੂੰ ਡਿਵੈਲਪ ਕਰ ਸਕਦੇ, ਹਨਾ। ਰਿਸ਼ਤੇ ਨੂੰ ਡਿਵੈਲਪ ਕਿੱਦਾਂ ਕਰ ਸਕਦੇ? ਮਤਲਬ ਕਹਿਣ ਤੋਂ ਭਾਵੇਂ ਇੱਕ ਦੂਜੇ ਦੀ ਕੇਅਰ ਕਰੋ। ਇਹੋ ਹੀ ਆ। ਹੋਰ ਰਿਸ਼ਤਾ ਜੇ ਮੈਂ ਇਕੱਲਾ ਕਹੀ ਜਾਊਂ ਆਈ ਲਵ ਯੂ, ਤੇ ਉਹ ਕਹਿਣ ਨਾਲ ਥੋੜੀ ਗੱਲ ਖਤਮ ਹੁੰਦੀ ਹੈ। ਐਕਚੁਅਲੀ ਮੈਂ ਉਹਨੂੰ ਪਿਆਰ ਕਰਦਾ ਕਿ ਨਹੀਂ ਕਰਦਾ, ਮੈਨੂੰ ਪ੍ਰੈਕਟੀਕਲੀ ਉਹ ਪ੍ਰੂਫ ਕਰਨਾ ਪਊਗਾ, ਤਾਂ ਹੀ ਤੇ ਉਹ ਮੇਰਾ ਰਿਸ਼ਤੇ ਦਾ ਜਿਹੜਾ ਉਹ ਸਟੈਂਡ ਬਣੇਗਾ। ਮੈਂ ਇੱਕ ਦੂਜੇ ਦੇ ਮਤਲਬ ਉਹਦੇ ਕਰੀਬ ਆਊਂਗਾ ਜਾਂ ਉਹ ਮੇਰੇ ਕਰੀਬ ਆਊਗੀ। ਮਤਲਬ ਹਰ ਚੀਜ਼ ਇਨਵੈਸਟਮੈਂਟ ਮੰਗਦੀ ਹੈ। ਹੁਣ ਬੰਦਾ ਪਤਾ ਕੀ ਪ੍ਰੋਬਲਮ ਕੀ ਆ ਤੁਹਾਡੇ ਚ ਤੇ ਮੇਰੇ ਚ ਵੀ, ਆਪਾਂ ਸਾਰੇ ਇਕੱਠੇ ਦੇ ਹੈਗੇ ਆ, ਪਰ ਭਾਸ਼ਾ ਇਹ ਕਹਿਣ ਦਾ ਤਰੀਕਾ ਹੀ ਆ। ਬੰਦਾ ਇਨਵੈਸਟ ਨਹੀਂ ਕਰਨਾ ਚਾਹੁੰਦਾ, ਬੰਦਾ ਚਾਹੁੰਦਾ ਕਿ ਮੈਂ ਕੁਛ ਵੀ ਨਾ ਕਰਾਂ ਤੇ ਚੀਜ਼ ਮਿਲ ਜੇ। ਪਰ ਉਹ ਏਦਾਂ ਦਾ ਤਾਂ ਕੁਛ ਸਿਸਟਮ ਨਹੀਂ ਹੈਗਾ ਪ੍ਰਕਿਰਤੀ ਚ। ਪ੍ਰਕਿਰਤੀ ਕਹਿੰਦੀ ਆ ਤੂੰ ਜੋ ਕਰੇਗਾ ਉਹ ਤੈਨੂੰ ਮੈਂ ਵਾਪਸ ਦੇ ਦਾਂਗੀ, ਤੇ ਜਦੋਂ ਵਾਪਸ ਦੇਵੇਗੀ ਇਹਦਾ ਮਤਲਬ ਕਿ ਪਹਿਲਾਂ ਮੈਨੂੰ ਭਗਤੀ ਕਰਨੀ ਪਊਗੀ, ਤੇ ਫੇਰ ਹੀ ਤੇ ਮੈਨੂੰ ਸਭ ਕੁਛ ਮਿਲੂਗਾ ਵਾਪਸ। ਬਿਲਕੁਲ। ਸਾਰੇ ਪਾਸੇ ਦਾ ਇਹ ਨਿਯਮ ਹੈ ਜੀ, ਕੋਈ ਫ੍ਰੀ ਚ ਕੁਛ ਵੀ ਨਹੀਂ ਮਿਲਦਾ। ਤੁਹਾਡੀ ਗੱਲ ਠੀਕ ਹੈ, ਇਨਵੈਸਟਮੈਂਟ ਕਰਨੀ ਪਊਗੀ। ਹਾਂ, ਪਰ ਇਹਦੇ ਵਿੱਚ ਇੱਕ ਚੀਜ਼ ਆ ਕਿ ਜੇ ਇਨਸਾਨ ਆਪਣੇ ਜੀਵਨ ਦਾ ਕੁਝ ਹਿੱਸਾ, ਜ਼ਿਆਦਾ ਟਾਈਮ ਨਹੀਂ, 45 ਮਿੰਟ ਆਪਣੇ ਦੇ ਦੇ ਬਸ, ਤੇ ਬਹੁਤ ਕੁਛ ਹੋ ਜਾਏ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਹਾਂਜੀ ਗੋਰਖ ਸਾਹਿਬ, ਇਹਦੇ ਨਾਲ ਜਿਹੜੀ ਹੈ ਨਾ ਮੇਨ ਗੱਲ ਤਾਂ ਇਹ ਹੈਗੀ ਬਈ, ਆਪਾਂ ਜਿਹੜੇ ਹੈਗੇ ਆ ਇਹ ਪੰਜਾਂ ਤੱਤਾਂ ਦੀ ਰਚਨਾ ਜਿਹੜੀ ਪ੍ਰਕਿਰਤੀ ਹੈਗੀ ਆ, ਇਹ ਪ੍ਰਕਿਰਤੀ ਦੇ ਨਾਲ ਜਿਹੜਾ ਹੈਗਾ, ਪ੍ਰਕਿਰਤੀ ਦੇ ਨਾਲ ਜਿਹੜਾ ਚਿੰਬੜ ਕੇ ਆਪਾਂ ਜਿਹੜੇ ਹੈਗੇ ਪ੍ਰਕਿਰਤੀ ਤੋਂ ਬਾਹਰ ਨਹੀਂ ਆ ਸਕਦੇ, ਔਰ ਪ੍ਰਕਿਰਤੀ ਦੇ ਨਾਲ ਚਿੰਬੜ ਕੇ ਆਪਾਂ ਪ੍ਰਕਿਰਤੀ ਤੋਂ ਰੱਜ ਨਹੀਂ ਸਕਦੇ। ਇਹਦੇ ਵਿੱਚ ਵੀ ਰੱਜ ਨਾਮ ਦੀ ਚੀਜ਼ ਨਹੀਂ ਪਾਈ ਹੋਈ ਇਹਦੇ ਵਿੱਚ। ਆਹ ਕੌਣ ਹੈ ਜੀ? ਇਹ ਦੇਖਿਓ ਸੁਖਵਿੰਦਰ ਜੀ, ਮਾਈਕ ਬੰਦ ਕਰ ਦਿਓ ਜੀ ਜਿਹਨੇ ਵੀ ਖੋਲ੍ਹਿਆ। ਇਹਦੇ ਵਿੱਚ ਰੱਜ ਨਾਮ ਦੀ ਚੀਜ਼ ਹੈ ਨਹੀਂ ਗੀ, ਪਰ ਇਹਦੇ ਵਿੱਚ ਜਿਹੜਾ ਹੈਗਾ, ਇਹਦੇ ਵਿੱਚ ਸਾੜਾ ਹੈਗਾ, ਇਹਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਤ੍ਰਿਸ਼ਨਾ ਹੈਗੀ ਇਹਦੇ ਵਿੱਚ ਸੈਟਿਸਫੈਕਸ਼ਨ ਹੈ ਨਹੀਂ ਗਾ, ਸੰਤੋਖ ਹੈ ਨਹੀਂ ਗਾ ਇਹਦੇ ਵਿੱਚ। ਔਰ ਆਪਣਾ ਜਿਹੜਾ ਹੈਗਾ ਸਮਾਂ ਨਿਰਧਾਰਿਤ ਹੈਗਾ। ਆਪਾਂ ਪੰਜਾਂ ਤੱਤਾਂ ਦਾ ਸਰੀਰ ਮਿਲਿਆ ਹੋਇਆ ਆਪਾਂ ਨੂੰ। ਇਹ ਕੰਬੀਨੇਸ਼ਨ, ਇਹ ਜੀਓ ਜਿਹੜਾ ਹੈਗਾ ਇਹ ਨਹੀਂ ਰਹਿ ਸਕਦਾ ਪਾਏ। ਇਹ ਸਰੀਰ ਤੇ ਜੀਓ ਤੇ ਆਤਮਾ ਇਹ ਇਕੱਠੇ ਨਹੀਂ ਰਹਿ ਸਕਦੇ, ਕਿਉਂਕਿ ਇਹ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਇਹ ਖੇਡ ਹੈਗੀ ਆ। ਇਹ ਪ੍ਰਕਿਰਤੀ ਨਾਮ ਦੀ ਚੀਜ਼ ਜਿਹੜੀ ਹੈਗੀ ਇਹ ਉਹਦੀ ਸ਼ਕਤੀ ਦੇ ਨਾਲ ਬਣੀ ਹੋਈ ਆ। ਇਹ ਸ਼ਕਤੀ ਆ ਮਾਲਕ ਪਰਮਾਤਮਾ ਦੀ, ਤੇ ਇਹਦੇ ਨਾਲ ਜਿਹੜਾ ਹੈਗਾ ਰੱਜ ਵੀ ਨਹੀਂ ਆ ਸਕਦਾ। ਔਰ ਇਹਦੇ ਨਾਲ ਆਪਾਂ ਜਿਹੜੇ ਹੈਗੇ ਆਪਣਾ ਜੋ ਮਾਲਕ ਚਾਹੁੰਦਾ ਹੈਗਾ, ਜਿਹਦੇ ਵਾਸਤੇ ਇਹ ਸਾਰੀ ਰਚਨਾ ਕੀਤੀ ਆ, ਉਹ ਗੇਮ ਤੋਂ ਆਪਾਂ ਬਾਹਰ ਵੀ ਨਹੀਂ ਹੋ ਸਕਦੇ। ਤੇ ਅੱਗੇ ਹੁਣ ਜਿਹੜਾ ਹੈਗਾ ਦੂਸਰੀ ਪਾਤਸ਼ਾਹੀ, ਇਹ ਜਿਹੜੇ ਤਿੰਨਾਂ ਦਾ ਸੁਮੇਲ ਮਨੁੱਖ ਜਨਮ ਦੇ ਵਿੱਚ ਪਾਇਆ ਸਿਰਫ ਇਸ ਵਾਸਤੇ ਕਿ ਵੀ ਤੂੰ ਨਿਕਲ ਜਾ। ਹਾਂ, ਇਹਨਾਂ ਨੂੰ ਜਾਣ ਕੇ ਨਿਕਲ ਜਾ, ਦੇਖਦੇ ਹੋਏ ਸਾਰਾ ਕੁਝ। ਬਿਲਕੁਲ। ਤੇ ਅੱਗੇ ਮਹਾਰਾਜ ਦੱਸ ਰਹੇ ਦੂਸਰੀ ਪਾਤਸ਼ਾਹੀ ਮਹਲਾ ਦੂਜਾ, ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ। ਕਹਿੰਦੇ ਪਾਏ ਦੇਖ, ਮੂੰਹ ਜਿਹੜਾ ਹੈਗਾ ਆਖ ਕੇ ਬੋਲ ਕੇ ਜਿਹੜਾ ਹੈਗਾ ਕਦੀ ਵੀ ਰੱਜਦਾ ਨਹੀਂ ਹੈਗਾ, ਤੇ ਨਾ ਹੀ ਜਿਹੜੇ ਕੰਨ ਜਿਹੜੇ ਹੈਗੇ ਸੁਣ ਕੇ ਰੱਜਦੇ ਆ। ਬਸ ਇਹ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਇਹ ਨਹੀਂ ਰੱਜਦੀਆਂ ਕਦੀ ਵੀ ਪਾਏ, ਕਿਉਂਕਿ ਮਨ ਜਿਹੜਾ ਪਤੰਦਰ ਜਿਹੜਾ ਰੱਜਦਾ ਨਹੀਂ ਹੈ। ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ।
ਔਰ ਅੱਖਾਂ ਜਿਹੜੀਆਂ ਹੈਗੀਆਂ ਦੁਨੀਆ ਦੇ ਤਮਾਸ਼ੇ ਜਿਹੜੇ ਹੈਗੇ, ਦੁਨੀਆ ਦਾ ਰੂਪ ਪਰਾਇਆ ਧਨ ਸਾਰਾ ਜਿਹੜਾ ਹੈਗਾ ਇਹਨੂੰ ਦੇਖ ਕੇ ਰੱਜਦੀਆਂ ਨਹੀਂ ਹੈ। ਗੁਣ ਗਾਹਕ ਇੱਕ ਵਨ, ਕਹਿੰਦੇ ਹਰੇਕ ਇੰਦਰੀ ਜਿਹੜੀ ਹੈਗੀ, ਗਿਆਨ ਇੰਦਰੀ ਜਿਹੜੀ ਹੈਗੀ ਆ, ਉਹਨਾਂ ਦਾ ਆਪਣਾ ਰਸ ਹੈਗਾ। ਉਹ ਆਪਣੇ ਇੱਕ ਰਸ ਦੀ ਗਾਹਕ ਹੈਗੀਆਂ। ਉਹ ਆਪਣੀ ਅੱਖਾਂ ਨੇ ਜਿਹੜੇ ਹੈਗੇ, ਜੋ ਅੱਖਾਂ ਨੇ ਦੇਖਣਾ ਹੈਗਾ ਸਾਰਾ ਦਾ ਸਾਰਾ, ਉਹਨਾਂ ਨੇ ਉਹੀ ਰਸ ਲੈਣਾ ਹੈ। ਕੰਨਾਂ ਨੇ ਉਹੀ ਸੁਣਨ ਦਾ ਰਸ ਲੈਣਾ ਹੈ। ਜੀਭ ਨੇ ਸਵਾਦਾਂ ਦਾ ਰਸ ਲੈਣਾ ਹੈ। ਮੂੰਹ ਨੇ ਬੋਲਣਾ ਹੈਗਾ। ਇਹ ਸਾਰਾ ਜਿਹੜਾ ਚਮੜੀ ਨੇ ਆਪਣਾ ਰਸ ਹੈਗਾ। ਸਾਰੇ ਆਪਣੇ ਆਪਣੇ ਰਸਾਂ ਦੇ ਗਾਹਕ ਹੈਗੇ ਪਾਏ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਕਹਿੰਦੇ ਦੇਖ ਮਾਇਆ ਦੇ ਨਾਲ ਜਿੰਨਾ ਮਰਜੀ ਇਹਨੂੰ ਭੋਗ ਲਾ, ਜਿੰਨੀ ਮਰਜੀ ਇਕੱਠੀ ਕਰ ਲਾ, ਜਿੰਨੇ ਮਰਜੀ ਸਵਾਦ ਲੈ ਲਾ, ਤੂੰ ਭੁੱਖਾ ਦਾ ਭੁੱਖਾ ਹੀ ਰਹੇਗਾ। ਇਸ ਤਰੀਕੇ ਦੇ ਨਾਲ ਤੇਰੀ ਭੁੱਖ ਨਹੀਂ ਜਾ ਸਕਦੀ, ਵਧੂਗੀ ਘਟੂਗੀ ਨਹੀਂ, ਔਰ ਸਰੀਰ ਤੇਰਾ ਕਮਜ਼ੋਰ ਹੋ ਜਾਣਾ ਹੈ। ਔਰ ਫਾਈਨਲੀ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਇਹ ਕਟ ਆਫ ਪੁਆਇੰਟ ਆ ਜਾਣਾ ਹੈ। ਗੱਲੀ ਭੁੱਖ ਨਾ ਜਾਏ, ਗੱਲਾਂ ਦੇ ਨਾਲ ਤੇਰੀ ਭੁੱਖ ਨਹੀਂ ਜਾ ਸਕਦੀ। ਜਿੰਨਾ ਮਰਜੀ ਗਿਆਨ ਲੈ ਲਾ, ਜਿੰਨਾ ਮਰਜੀ ਗਿਆਨ ਦੀਆਂ ਗੱਲਾਂ ਕਰ ਲਾ, ਜਿੰਨੇ ਮਰਜੀ ਬ੍ਰਹਮ ਗਿਆਨੀਆਂ ਕੋਲ ਬੈਠ ਜਾ, ਗੱਲਾਂ ਦੇ ਨਾਲ ਭੁੱਖ ਨਹੀਂ ਜਾਣੀ ਪਿਆਰਿਆ, ਜਦ ਤੱਕ ਕਿ ਤੂੰ ਜਿਹੜਾ ਹੈਗਾ ਉਹ ਐਕਸ਼ਨ ਨਹੀਂ ਕਰਦਾ। ਅੱਗੇ ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਭੁੱਖਾ ਤਾਂ ਹੀ ਰੱਜ ਸਕਦਾ ਆ ਜੇ ਉਹ ਮਾਲਕ ਪਰਮਾਤਮਾ ਦੇ ਗੁਣ ਲੈ ਕੇ ਗੁਣੀ ਦੇ ਵਿੱਚ ਸਮਾ ਜਾਏਗਾ। ਇੱਕ ਮਾਇਆ ਹੈਗੀ ਆ ਔਰ ਇੱਕ ਪਰਮਾਤਮਾ ਹੈਗਾ। ਮਾਇਆ ਤੋਂ ਵਿਚਾਰ ਜਿਹੜੇ ਹੈਗੇ ਛੱਡ ਕੇ ਔਰ ਸੁਗੁਣੀ ਮਾਲਕ ਪਰਮਾਤਮਾ ਦੇ ਵਿੱਚ ਸਮਾਏਗਾ, ਤਾਂ ਤੇਰੀ ਭੁੱਖ ਜਿਹੜੀ ਹੈਗੀ ਮਿਟ ਜਾਏਗੀ ਭਾਈ। ਸ਼ਾਂਤੀ ਆ ਜਾਏਗੀ ਔਰ ਖੁਸ਼ੀ ਆ ਜਾਏਗੀ ਤੇਰੇ ਅੰਦਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਉੱਪਰ ਦੇਖੋ, ਕਹਿੰਦੇ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ। ਦੇਖ ਲਓ, ਬੋਲ ਬੋਲ ਕੇ ਵੀ ਬੰਦੇ ਥੱਕਦੇ ਨਹੀਂ, ਸੁਣ ਕੇ ਵੀ ਕੰਨ ਵੇਖੋ ਇੰਨੇ ਰਸ ਲੈਂਦੇ ਨੇ, ਇਹ ਵੀ ਨਹੀਂ ਥੱਕਦੇ। ਬਿਲਕੁਲ। ਅੱਖਾਂ ਵੇਖ ਲਓ, ਤੁਹਾਡੀਆਂ ਇੰਦਰੀਆਂ ਦੀ ਗੱਲ ਕਰਦੇ ਨੇ ਕਿ ਵੇਖ ਲਓ, ਵੇਖ ਕੇ ਕਿੰਨੇ ਮਰਜੀ ਰੰਗ ਤਮਾਸ਼ੇ ਦਿਖਾਈ ਜੋ, ਕਿਤੇ ਤ੍ਰਿਪਤ ਹੁੰਦੀਆਂ, ਕਿਤੇ ਕਹਿੰਦੀਆਂ ਬਸ ਕਰੀਏ, ਨਹੀਂ, ਗਾਂ ਤੁਰੀ ਜਾਂਦੀਆਂ। ਹੁਣ ਵੇਖੋ ਇੰਸਟਾਗ੍ਰਾਮ ਤੇ ਟਿਕਟੌਕ ਤੇ ਵੇਖਿਆ ਕਿਤੇ ਉਂਗਲ ਮਾਰ ਕੇ ਕਈ ਬੰਦੇ ਉਂਗਲਾਂ ਮਾਰੀ ਜਾਂਦੇ, ਅਗਲੀ ਵੀਡੀਓ ਤੁਰੇ ਜਾਂਦੇ ਆ। ਪਰ ਤੁਹਾਡੇ ਅੰਦਰ ਕਿਤੇ ਇਹ ਆਵਾਜ਼ ਆਉਂਦੀ ਹੈ ਕਿ ਬਸ ਕਰ, ਨਹੀਂ, ਗਾਂ ਤੁਰੇ ਜਾਂਦਾ ਬੰਦਾ। ਇਸੇ ਹੀ ਤਰ੍ਹਾਂ ਜੀਵਨ ਜਿਹੜਾ ਹੈ, ਇਹ ਬੰਦੇ ਦਾ ਏਦਾਂ ਹੀ ਲੰਘੀ ਜਾਂਦਾ। ਫਿਰ ਵੇਖੋ ਆ ਜਿਹੜੀ ਆ ਖਾਦਿਆਂ ਭੁੱਖ ਨਹੀਂ ਖਤਮ ਹੁੰਦੀ। ਕਿੰਨੀ ਵਾਰੀ ਆਪਾਂ ਖਾਂਦੇ ਆ। ਹੁਣੇ ਮੈਂ ਫਿਰ ਚੌਲ ਖਾ ਲਏ ਆ, ਮੇਰੇ ਹਿਸਾਬ ਨਾਲ ਆਪਾਂ ਅੱਧੇ ਘੰਟੇ ਬਾਅਦ ਫਿਰ ਮੈਂ ਫਰੂਟ ਖਾ ਸਕਦਾ। ਨਿੱਜਰ ਸਾਹਿਬ ਬਿਲਕੁਲ ਸਹੀ ਹੈ। ਨਿੱਕੀ ਜਿਹੀ ਢਿੱਡੀ ਆ, ਭਰਨ ਦਾ ਨਾ ਹੀ ਨਹੀਂ, ਪਤਾ ਨਹੀਂ ਕੀ ਪਾਇਆ ਇਹਦੇ ਅੰਦਰ। ਵੈਸੇ ਸਿਸਟਮ ਤੇ ਇਦਾਂ ਦਾ ਚਾਹੀਦਾ ਸੀ, ਇੱਕ ਵਾਰੀ ਰੋਟੀ ਖਾਓ ਤੇ 5-6 ਮਹੀਨੇ ਰੋਟੀ ਖਾਣ ਦੀ ਲੋੜ ਹੀ ਨਾ ਪਵੇ। ਫਿਰ ਤਾਂ ਨਹੀਂ, ਫਿਰ ਗੋਰਖੀ ਸਾਹਿਬ ਕਿਸੇ ਨੇ ਫਿਰ ਕੰਮ ਹੀ ਨਹੀਂ ਕਰਨਾ ਸੀ, ਕਿਸੇ ਨੇ ਕੰਮ ਹੀ ਨਹੀਂ ਕਰਨਾ ਸੀ। ਫਿਰ ਤੇ ਪ੍ਰਕਿਰਤੀ ਦੀ ਡਿਵੈਲਪਮੈਂਟ ਨਹੀਂ ਹੋਣੀ। ਮੇਰੇ ਕਿਨੇ ਇੱਕ ਵਾਰੀ ਰੋਟੀ ਖਾਧੀ, ਮੁੜ ਕੇ 6 ਮਹੀਨੇ ਦੀ ਲੋੜ ਹੀ ਨਹੀਂ। ਹਾਂ, ਸੁੱਤੇ ਪੈਰ ਕਰਕੇ ਇੱਕ ਪ੍ਰਕਿਰਤੀ ਨੇ ਬੰਦੇ ਤੇ ਕੰਟਰੋਲ ਕੀਤਾ। ਉਹ ਸਿਸਟਮ ਏਦਾਂ ਦਾ ਬਣਾਇਆ ਵਾ ਕਿ ਆਪਾਂ ਨੂੰ ਇੰਨੀ ਰੋਟੀ ਖਾਣੀ ਪੈਂਦੀ ਹੈ। ਹੋ ਸਕਦਾ ਕਿ ਪਹਿਲਾਂ ਜਿਹੜੇ ਆਪਣੇ ਪੁਰਾਤਨ ਬਜ਼ੁਰਗ ਹੋਣਗੇ ਤੇ ਜਿਹੜੇ ਬੜੇ ਪੂਰਵਜ ਪੁਰਾਣੇ ਹੋਣਗੇ, ਇੱਕ ਟਾਈਮ ਹੀ ਰੋਟੀ ਖਾਂਦੇ ਹੋਣਗੇ। ਬਾਅਦ ਚ ਆਪਾਂ ਨਾ ਬਾਅਦ ਦੇ ਵਿੱਚ ਆਪਾਂ ਕੀ ਆਪਣੀ ਆਦਤ ਵਿਗਾੜ ਦਿੱਤੀ ਹੈ। ਨਿੱਜਰ ਸਾਹਿਬ ਲੱਗਦਾ ਇਹ ਨਾ ਦੁਨੀਆ ਦੇ ਵਿੱਚ ਨਾ ਸਵਾਦ ਜ਼ਿਆਦਾ ਆ ਗਿਆ ਗੁਰਖੀ ਸਾਹਿਬ, ਸਵਾਦ ਆ ਗਏ ਜ਼ਿਆਦਾ। ਪਹਿਲਾਂ ਅਵੇਲੇਬਿਲਿਟੀ ਘੱਟ ਸੀਗੀ ਔਰ ਰਾਹ ਸੀਗਾ, ਸਾਰਾ ਕੁਝ ਜਿਹੜਾ ਹੈਗਾ ਥੋੜਾ ਸੀਗਾ ਤੇ ਲੋਕੀ ਸੈਟਿਸਫਾਈ ਸੀ, ਹੈਲਦੀ ਹੁੰਦੇ ਸੀਗੇ। ਹੁਣ ਜਿਹੜੇ ਹੈਗੇ ਜਿੰਨੇ ਸਵਾਦ ਉਨੀਆਂ ਬਿਮਾਰੀਆਂ, ਉਨੇ ਹੀ ਡਾਕਟਰ। ਨਿੱਜਰ ਸਾਹਿਬ ਮੇਲੇ ਤੇ ਜਾਣਾ, ਉਹ ਲਾਗੇ ਸਾਡੇ ਬਾਬਾ ਬੁੱਢੇ ਸਾਹਿਬ ਦਾ ਮੇਲਾ ਲੱਗਦਾ ਸੀ ਤੇ ਕੀ ਉੱਥੇ ਮਾੜੇ ਮੋਟੇ ਗੋਲ ਗੱਪੇ ਖਾ ਕੇ ਪਤਾ ਨਹੀਂ ਕਿੰਨੀ ਖੁਸ਼ੀ ਮਿਲਣੀ, ਕਿ ਪਤਾ ਨਹੀਂ ਉੱਥੇ ਜਲੇਬੀ ਮਿਲ ਜਾਣੀ, ਪਕੌੜੇ ਮਿਲ ਜਾਣੇ, ਮਤਲਬ ਬੜੀ ਵੱਡੀ ਗੱਲ ਹੀ। ਹੁਣ ਤੇ ਇੰਨੇ ਵਧੀਆ ਪਕਵਾਨ ਆ ਚੁੱਕੇ ਆ, ਪਤਾ ਨਹੀਂ ਕਿੰਨੀ ਕਿਸਮ ਦੀ ਬਰਫੀ ਆ ਚੁੱਕੀ ਹੈ, ਤੇ ਉਹ ਬੰਦਾ ਕਿੱਥੋਂ ਰੱਜਦਾ। ਔਰ ਕਈ ਬੰਦੇ ਮੈਂ ਇੱਥੇ ਤੁਹਾਨੂੰ ਦਿਖਾਊਂਗਾ, ਉਹ ਬੰਦੇ ਸਪੈਸ਼ਲ ਬਰਫੀ ਮੰਗਵਾਉਂਦੇ ਹਫ਼ਤੇ 'ਚ 2-3 ਵਾਰੀ ਘਰੇ, ਕਿਉਂਕਿ ਉਹ ਚਾਹੁੰਦੇ ਉਹਨੂੰ ਖਾਣਾ। ਤੇ ਜਦ ਕਿ ਨੋਰਮਲੀ
ਮਤਲਬ ਇੰਨਾ ਮਿੱਠਾ ਜਿਹੜਾ ਵਾ, ਪਹਿਲਾਂ ਇੰਨੇ ਜੀਵਨ 'ਚ ਮਿੱਠਾ ਨਹੀਂ ਸੀ ਇਨਸਾਨ ਦੇ। ਹੁਣ ਆ ਬਹੁਤ ਲੋਕ ਮਿੱਠਾ ਖਾਂਦੇ ਆ। ਸਾਡੀਆਂ ਤਲੀਆਂ ਚੀਜ਼ਾਂ ਵੀ ਇੰਨੀਆਂ ਅਵੇਲੇਬਲ ਨਹੀਂ ਸੀ ਨਿੱਜਾ ਸਾਹਿਬ, ਬਹੁਤ ਘੱਟ ਸਨ। ਬਿਲਕੁਲ ਗੋਰਖੀ ਸਾਹਿਬ, ਇੱਕ ਹੋਰ ਚੀਜ਼ ਦੇਖੋ, ਆਪਣੇ ਜਿਹੜੇ ਆ ਨਾ ਹੁਣ ਜਿਹੜਾ ਹੈਗਾ ਨਾ, ਸਿਰਫ ਉਂਗਲ ਘਮਾਉਣੀ ਦੀ ਲੋੜ ਪੈਂਦੀ ਹੈ, 5 ਮਿੰਟ ਦੇ ਵਿੱਚ ਤੱਕ ਡੋਰ ਤੇ ਬੈਲ ਵੱਜ ਜਾਂਦੀ ਹੈ, ਡਿਲੀਵਰੀ ਆ ਜਾਂਦੀ ਹੈ, ਜਿਹੜੀ ਵੀ ਚੀਜ਼ ਮੰਗਾ ਲਓ, ਜਿਹੜੀ ਮਰਜ਼ੀ ਚੀਜ਼। ਹਾਂ, ਤੇ ਇੰਦਰੀਆਂ ਦੇ ਭੋਗ ਵਧੇ ਆ, ਫਿਰ ਉਹਦੇ ਨਾਲ ਬਿਮਾਰੀਆਂ ਵਧੀਆਂ, ਬਹੁਤ ਬਿਮਾਰੀ ਵੱਧ ਗਈ, ਕਿਉਂਕਿ ਹੁਣ ਸੰਜਮ ਨਹੀਂ ਹੈਗਾ ਇਨਸਾਨ ਦੇ ਅੰਦਰ। ਇਨਸਾਨ ਮਤਲਬ ਤੁਹਾਨੂੰ ਕੋਈ ਰੋਕ ਥੋੜੀ ਸਕਦਾ। ਹੁਣ ਤੁਸੀਂ ਪਹਿਲਾਂ ਹੁੰਦਾ ਸੀ ਕਿ ਕੋਈ ਮਾੜੀ ਚੀਜ਼ ਕਰਨੀ ਆ, ਬੰਦੇ ਨੂੰ ਬਾਹਰ ਜਾਣ ਦੀ ਲੋੜ ਹੈ, ਹੁਣ ਤੇ ਮੋਬਾਈਲ ਦੇ ਵਿੱਚ ਹੈਗਾ, ਤੁਸੀਂ ਜੋ ਮਰਜ਼ੀ ਕਰ ਸਕਦੇ। ਔਰ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਜਾ ਰਹੀ ਹੈ, ਬੰਦੇ ਦਾ ਸੰਜਮ ਘਟਦਾ ਜਾ ਰਿਹਾ। ਇਨਸਾਨ ਜਿਹੜਾ ਨਾ ਆਪਣੀ ਐਨਰਜੀ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ। ਤੁਸੀਂ ਕਿਸੇ ਨੂੰ ਕਹਿ ਦਿਓ ਨਾ 5-7 ਮਿੰਟ ਬਹਿ ਜਾ, ਉਹ ਕੋਈ ਬੈਠਾ ਹੀ ਨਹੀਂ ਜਾਣਾ, ਉਹ ਟਿਕ ਕੇ ਨਹੀਂ ਬਹਿ ਸਕਦਾ। ਕਿਤੇ ਹੱਥ ਲਾਈ ਜਾਓ, ਕਿਤੇ ਪੈਰ ਲਾਈ ਜਾਓ, ਨਹੀਂ ਕੁਝ ਕਰੂ ਤੇ ਉਂਗਲਾਂ ਹੀ ਮਾਰੀ ਜਾਓ ਮੋਬਾਈਲ ਤੇ। ਕਿਸੇ ਬੰਦੇ ਨੂੰ ਕਹੋ 10 ਮਿੰਟ ਬਹਿ ਕੇ ਦਿਖਾਓ, ਬਹੁਤ ਔਖਾ। ਹੁਣ ਉਦੋਂ ਹੀ ਇੱਕ ਮੇਰੇ ਕੋਲ ਹੇਅਰ ਟ੍ਰਾਂਸਪਲਾਂਟ ਕਰਾਉਣ ਵਾਸਤੇ ਆਇਆ ਮੁੰਡਾ, ਤੇ ਉਹ ਕਹਿੰਦਾ ਵੀਰ ਜੀ ਮੈਂ ਬਹਿ ਹੀ ਨਹੀਂ ਸਕਦਾ, ਹਿੱਲੀ ਜਾਵੇ। ਕਹਿੰਦਾ ਮੈਂ ਮਤਲਬ ਇੰਨਾ ਟਾਈਮ ਬੈਠਾ ਹੀ ਨਹੀਂ, ਮੈਂ ਕਿਤੇ ਮੈਂ ਹਮੇਸ਼ਾ ਤੁਰਦਾ ਹੀ ਰਹਿੰਦਾ ਵਾਂ, ਕੁਛ ਨਾ ਕੁਛ ਕਰਦਾ ਹੀ ਰਹਿੰਦਾ ਵਾਂ। ਹੁਣ 5-6 ਘੰਟੇ ਅੱਜ ਮੇਰੇ ਤੇ ਬਹਿਣਾ ਬੜਾ ਔਖਾ, ਕਿਉਂਕਿ ਉਹਨੇ ਆਪਣੀ ਐਨਰਜੀ ਨੂੰ ਇੰਨਾ ਜ਼ਿਆਦਾ ਖੰਡਿਤ ਕਰ ਲਿਆ ਹੈ, ਉਹ ਟਿਕ ਕੇ ਬਹਿ ਨਹੀਂ ਸਕਦਾ। ਸਮਾਧੀ ਕੀ ਹੈ? ਸਮਾਧੀ ਦਾ ਮਤਲਬ ਇਹ ਕਿ ਐਨਰਜੀ ਨੂੰ ਰੋਕ ਦੋ, ਉਹਨੂੰ ਸਥਿਰ ਕਰ ਦੋ, ਕਿਉਂਕਿ ਜਿੰਨੀ ਜ਼ਿਆਦਾ ਉਹ ਹਿੱਲ ਰਹੀ ਆ, ਉਨੀ ਜ਼ਿਆਦਾ ਹੀ ਪ੍ਰੋਬਲਮ ਹੈ। ਤੁਹਾਡਾ ਮਨ ਤੇ ਉਹ ਲੰਗੂਰ ਹੈਗਾ, ਕਿਤੇ ਆਹ ਡਾਣੀ, ਕਿਤੇ ਉਹ ਡਾਣੀ, ਕਿਤੇ ਆਹ ਡਾਣੀ, ਕਿਤੇ ਉੱਧਰ, ਕਿਤੇ ਪਿੱਛੇ ਉਡਾਈ ਫਿਰ ਰਿਹਾ, ਤੇ ਤੁਸੀਂ ਉੱਡੀ ਫਿਰਦੇ ਜੋ। ਉਹ ਜੋ ਤੁਹਾਨੂੰ ਕਹਿ ਰਿਹਾ ਤੁਸੀਂ ਕਰੀ ਜਾ ਰਹੇ ਜੋ, ਗੁਲਾਮ ਹੈਗੇ ਜੋ ਤੁਸੀਂ, ਮੈਂ ਵੀ ਗੁਲਾਮ। ਤੇ ਸਮਾਧੀ ਦਾ ਮਤਲਬ ਇਹੋ ਹੈ ਕਿ ਉਸ ਜਿਹੜਾ ਲੰਗੂਰ ਹੈ, ਜਿਹੜਾ ਟਪੂਸੀਆਂ ਮਾਰਦਾ ਫਿਰਦਾ, ਉਹਨੂੰ ਰੋਕ ਦੇਣਾ ਕਿ ਬਸ ਯਾਰ ਬਹੁਤ ਟਪੂਸੀਆਂ ਮਾਰਦੀਆਂ ਤੂੰ, ਹੁਣ ਆ ਸਮਾਧੀ 'ਚ ਬਹਿ। ਔਰ ਜਦੋਂ ਉਹ ਜਿਹੜਾ ਅੰਦਰ ਦਾ ਚੰਚਲ ਲੰਗੂਰ ਹੈ ਇੱਕ ਟਿਕਾ ਕੇ ਬਹਿ ਜਾਂਦਾ ਹੈ ਇੱਕ ਜਗ੍ਹਾ ਤੇ, ਫਿਰ ਉਹਦਾ ਜਿਹੜੀ ਪੁਰਾਣੀ ਆਦਤ ਹੈ ਨਾ, ਜਿਹੜੀ ਚੰਚਲ ਆਦਤ, ਉਹ ਖਤਮ ਹੋ ਜਾਂਦੀ ਹੈ। ਕੱਲੇ ਟਿਕਣ ਦੇ ਨਾਲ ਆ ਸਾਰੇ ਜਿਹੜੇ ਔਗਣ ਹੈ ਨਾ, ਅੱਖਾਂ ਵਾਲੇ, ਕੰਨਾਂ ਵਾਲੇ, ਇਹ ਭੁੱਖ ਵਾਲੇ, ਇਹ ਸਾਰੇ ਮਤਲਬ ਤੁਹਾਡੇ ਤੋਂ ਦੂਰ ਹੋ ਜਾਣਗੇ, ਕੇਵਲ ਟਿਕ ਕੇ ਬਹਿਣਾ। ਔਰ ਉਹਨੂੰ ਪਤਾ ਲੱਗ ਜਾਏਗਾ, ਮਨ ਨੂੰ ਜਿਹੜਾ ਹੈਗਾ ਨਾ, ਮਨ ਨੂੰ ਐਸੀ ਖੁਸ਼ੀ ਆਏਗੀ, ਉਹਨੂੰ ਪਤਾ ਲੱਗ ਜਾਏਗਾ ਭਾਈ ਆਹ ਤਾਂ ਮੈਂ ਕਦੀ ਕੀਤਾ ਹੀ ਨਹੀਂ ਹੈ, ਆਹ ਤਾਂ ਸਵਾਦ ਹੀ ਆ ਵੱਖਰਾ ਹੈਗਾ। ਹਾਂਜੀ। ਫਿਰ ਨਿੱਜਰ ਸਾਹਿਬ ਜਦੋਂ ਮਨ ਨੂੰ ਇਹ ਖੁਰਾਕ ਮਿਲਦੀ ਨਾ ਨਿਰਵਿਚਾਰ ਦੀ, ਫਿਰ ਇਹ ਛੱਡ ਦਿੰਦਾ ਸਭ ਕੁਛ, ਬਿਲਕੁਲ। ਵੇਂਦਾ ਵੀ ਨਹੀਂ ਹੈ। ਉਹ ਤੁਸੀਂ ਕਿਤੇ ਵੇਖਿਓ ਤਾਂ ਤੁਸੀਂ ਖੁਦ ਹੀ ਕਹਿਣਾ, ਉਹ ਯਾਰ ਉਹ ਫਲਾਣੇ ਬੰਦੇ ਨੇ ਫੋਨ ਕੀਤਾ ਮੈਨੂੰ, ਉਹ ਇਹ ਵੀ ਧਰਤੀ ਤੇ ਹੈਗਾ ਵਾ, ਤੁਹਾਨੂੰ ਯਾਦ ਨਹੀਂ ਹੋਣਾ। ਚਿੱਤ ਖਾਫ ਹੋ ਗਿਆ, ਚਿੱਤ ਚ ਹੈ ਹੀ ਕੁਝ ਨਹੀਂ ਹੋਣਾ, ਕਿਉਂਕਿ ਉਹ ਡਾਟਾ ਹੀ ਇੰਨਾ ਕਲੀਨ ਕਰਤਾ ਨਾ, ਕੇਵਲ ਉਹ ਬੰਦੇ ਯਾਦ ਰਹਿਣਗੇ ਜਿਹੜੇ ਤੁਹਾਡੇ ਸੰਪਰਕ ਚ ਆਉਣਗੇ। ਤੇ ਜਿਹੜੇ ਮਨ ਅੱਗੇ ਪਿੱਛੇ ਉੱਡਿਆ ਫਿਰਦਾ, ਉਹ ਤੇ ਹੈ ਹੀ ਨਹੀਂ ਨਿੱਜਰ ਸਾਹਿਬ, ਉੱਥੇ ਸੰਸਾਰ ਹੈ ਹੀ ਨਹੀਂ। ਹੁਣ ਅੱਜ ਇੱਕ ਬੰਦੇ ਦਾ ਮੈਨੂੰ ਮੈਸੇਜ ਆਇਆ, ਉਹਨੇ ਮੈਨੂੰ ਨਾਂ ਲਿਆ ਤੇ ਉਹ ਬੰਦਾ ਮੈਨੂੰ ਯਾਦ ਆਇਆ, ਇਹ ਤਾਂ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ। ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਰੋਕ ਲਿਆ ਵਾ ਕਿ ਮੈਨੂੰ ਯਾਦ ਨਹੀਂ ਕਰਨਾ ਚਾਹੁੰਦਾ, ਉਹ ਹੈ ਹੀ ਨਹੀਂ, ਉੱਥੇ ਡਿਲੀਟ ਹੋ ਗਿਆ। ਇਸੇ ਹੀ ਤਰ੍ਹਾਂ ਜਦੋਂ ਤੁਹਾਡੇ ਅੰਦਰ ਸ਼ੁੱਧਤਾ ਆ ਗਈ ਨਾ, ਇਹ ਜਿਹੜੇ ਔਗਣ ਹੈ ਸਾਰੇ ਡਿਲੀਟ ਹੋ ਜਾਣੇ। ਔਰ ਸ਼ੁੱਧਤਾ ਕਿੱਥੋਂ ਹੋਣੀ ਆ? ਮਨ ਨੂੰ ਆਤਮਾ ਤੱਤ ਚ ਤੁਹਾਨੂੰ ਲੈ ਕੇ ਜਾਣਾ ਪਊਗਾ, ਔਰ ਜਾਣਾ ਵੀ ਹਰ ਦਿਨ ਪਵੇਗਾ। ਇਹ ਨਹੀਂ ਕਿ ਅੱਜ ਦਾ ਦਿਨ ਤੁਸੀਂ ਛੱਡਤਾ ਤੇ ਕੱਲ ਕਰ ਲੋਗੇ, ਕੱਲ ਫਿਰ 2 ਦਿਨ ਦਾ ਕੰਮ ਹੋ ਜਾਣਾ ਜੀ, ਤੇ 3 ਦਿਨ ਭਗਤੀ ਨਾ ਕੀਤੀ, ਫਿਰ 3 ਦਿਨ ਦਾ ਕੰਮ ਇਕੱਠਾ ਹੋ ਜਾਣਾ। ਜਿੱਦਾਂ ਘਰ ਦੀ ਸਫਾਈ ਰੋਜ਼ ਕਰੀਦੀ ਹੈ ਨਾ, ਹੁਣ ਬਰਤਨ ਹੁੰਦੇ ਥੋੜੇ ਜਿਹੇ, ਆਪਾਂ ਨਾਲੋਂ ਨਾਲ ਧੋ ਲੈਂਦੇ, ਤੇ ਜਦੋਂ ਬਰਤਨ ਧੋਵਾਂਗੇ ਨਹੀਂ ਤੇ ਸ਼ਾਮ ਨੂੰ ਪਤਾ ਕਿੱਡਾ ਵੱਡਾ ਪਹਾੜ ਬਣ ਜਾਣਾ ਬਰਤਨਾਂ ਦਾ, ਮੁੜ ਕੇ ਧੋਣੇ ਔਖੇ। ਠੀਕ ਹੈ ਨਾ ਸਾਹਿਬ? ਬਿਲਕੁਲ ਠੀਕ ਹੈ ਜੀ। ਔਰ ਮਨ ਜਿਹੜਾ ਸੁਰਤ ਦੇ ਨਾਲ ਚੱਲਦਾ ਹੈ ਭਾਈ, ਸੁਰਤ ਨੂੰ ਲੈ ਫੜਨਾ ਪੈਣਾ ਪਹਿਲਾਂ, ਤੇ ਮਨ ਪਿੱਛੇ ਆ ਭਾਈ। ਹਾਂ, ਤੇ ਸੁਰਤ ਨੂੰ ਕਿਤੇ ਹੋਰ ਨਾ ਸਮਝ ਲੈ, ਸੁਰਤ ਦਾ ਮਤਲਬ ਤੁਹਾਡਾ ਧਿਆਨ। ਬਿਲਕੁਲ। ਧਿਆਨ ਦਾ ਮਤਲਬ ਜਿੱਦਾਂ ਆਪਾਂ ਕਿਤੇ ਬੈਠੇ ਹੁੰਦੇ ਹਾਂ ਤੇ ਉਹ ਅਗਲਾ ਬੰਦਾ ਤੁਹਾਨੂੰ ਪਹਿਲਾਂ ਵੀ ਆਪਾਂ ਕਈ ਵਿਚਾਰ ਚ ਸਮਝਾਇਆ, ਉਹ ਅਗਲਾ ਕਹਿੰਦਾ ਕਿ ਫਲਾਣਾ ਕੰਮ ਕਰਨਾ ਹੈ, ਇੱਥੇ ਜਾਣਾ ਉੱਥੇ ਜਾਣਾ, ਤੇ ਆਪਾਂ ਉਹਨੂੰ ਕਹਿੰਦੇ ਯਾਰ ਦੁਬਾਰਾ ਬੋਲੀ। ਉਹ ਕਹਿੰਦਾ ਮੈਂ ਹੁਣੇ ਤੇ ਬੋਲਿਆ ਸੀ, ਤੁਸੀਂ ਲਾਗੇ ਖਲੋਤੇ ਸੀ।
ਉਹਨਾਂ ਤੁਸੀਂ ਕਹਿਣਾ ਕਿ ਮੇਰਾ ਧਿਆਨ ਨਹੀਂ ਸੀ, ਮੇਰਾ ਧਿਆਨ ਕਿਤੇ ਹੋਰ ਚਲਾ ਗਿਆ। ਭਾਵੇਂ ਉਹ ਲਾਗੇ ਬੋਲਣ ਦਿਆ, ਭਾਵੇਂ ਆਪਾਂ ਸੁਣਦੇ ਹਾਂ, ਪਰ ਜੇਕਰ ਆਪਣਾ ਧਿਆਨ ਉੱਥੇ ਨਹੀਂ ਆ ਤੇ ਸਾਨੂੰ ਕੁਛ ਵੀ ਨਹੀਂ ਪਤਾ ਲੱਗਣਾ ਉਹਨੇ ਕੀ ਕਿਹਾ। ਧਿਆਨ ਇਹਦਾ ਇੰਪੋਰਟੈਂਟ ਆ। ਬਾਣੀ ਜੀ ਕਹਿੰਦੇ ਆ ਕਿ ਧਿਆਨ ਇਕਾਗਰ ਕਰਕੇ ਬਾਣੀ ਪੜ੍ਹਨੀ ਆ, ਧਿਆਨ ਇਕਾਗਰ ਕਰਕੇ ਹੀ ਭਗਤੀ ਕਰਨੀ ਆ, ਕਿਉਂਕਿ ਉਹਦਾ ਸਵੀਕਾਰ ਨਹੀਂ ਹੋਣੀ ਤੇਰੀ। ਜਦੋਂ ਇਨਸਾਨ ਕੋਈ ਬੁਰਾਈ ਕਰਦਾ ਹੈ ਨਾ, ਦੇਖੋ ਤੁਸੀਂ ਕਿਸੇ ਚੋਰ ਨੂੰ ਵੇਖ ਲਓ, ਕਿਸੇ ਠੱਗ ਨੂੰ ਵੇਖ ਲਓ, ਕਿਸੇ ਵੀ ਬੰਦੇ ਨੂੰ ਵੇਖ ਲਓ ਜਿਹੜਾ ਮਾੜੇ ਕਰਮ ਕਰਦਾ, ਦੁਰਕਰਮ ਕਰਦਾ, ਉਹਦਾ ਧਿਆਨ ਉਸ ਕੰਮ ਦੇ ਵਿੱਚ ਹੁੰਦਾ, 101% ਉੱਥੇ ਬੈਠਾ ਹੁੰਦਾ। ਪਰ ਜਦੋਂ ਬੰਦਾ ਭਗਤੀ ਕਰਦਾ ਹੈ ਨਾ, ਉਹਦਾ ਧਿਆਨ ਉੱਥੇ ਨਹੀਂ ਹੁੰਦਾ। ਤੁਸੀਂ ਪਾਠ ਪੜ੍ਹ ਕੇ ਵੇਖ ਲਿਓ, ਤੁਹਾਡਾ ਧਿਆਨ ਪਾਠ ਦੇ ਵਿੱਚ ਨਹੀਂ ਹੋਊਗਾ, ਕੇਵਲ ਤੁਹਾਡੀ ਜ਼ੁਬਾਨ ਪੜ੍ਹ ਰਹੀ ਆ, ਤੁਸੀਂ ਨਹੀਂ ਪੜ੍ਹ ਰਹੇ, ਤੁਹਾਡਾ ਧਿਆਨ ਤੇ ਕਿਤੇ ਹੋਰ ਪਹੁੰਚਿਆ ਹੈ। ਔਰ ਜਦ ਤੱਕ ਸਾਡਾ ਧਿਆਨ ਉੱਥੇ ਨਹੀਂ ਆਉਂਦਾ ਭਗਤੀ ਦੇ ਵਿੱਚ, ਉਹਨਾਂ ਚਿਰ ਤੱਕ ਸਾਡੇ ਜੀਵਨ 'ਚ ਉਚਾਈ ਨਹੀਂ ਆਵੇਗੀ। ਭਾਵੇਂ ਤੁਸੀਂ ਜਿੱਥੇ ਮਰਜ਼ੀ ਪੈ ਜਾਓ, ਭਾਵੇਂ ਜਿੱਥੇ ਮਰਜ਼ੀ ਚੱਲ ਜਾਓ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਨਮਾਜ਼ ਅਦਾ ਕਰਨ ਲੱਗੇ ਬੰਦੇ ਨੂੰ ਸਮਝਾਇਆ ਸੀ ਨਾ, ਉਹਨੇ ਕਿਹਾ ਸੀ ਕਿ ਨਮਾਜ਼ ਅਦਾ ਕਰਨੀ ਆ, ਉਦੋਂ ਵੀ ਗੱਲ ਕਲੀਅਰ ਕਰਦੀ ਸੀ ਕਿ ਤੇਰਾ ਧਿਆਨ ਤੇ ਹੈ ਹੀ ਨਹੀਂ ਨਮਾਜ਼ ਦੇ ਵਿੱਚ। ਬਿਲਕੁਲ ਬਿਲਕੁਲ ਠੀਕ ਹੈ। ਇਹ ਸਾਡੇ ਤੇ ਇਹੋ ਜਿਹੀ ਗੱਲ ਕਰਦੇ ਹੀ ਨਹੀਂ। ਉਹ ਕਹਿੰਦੇ ਨੇ, ਉਹ ਕਹਿੰਦੇ ਤੁਸੀਂ ਪਾਠ ਪੜ੍ਹ ਲਓ, ਬਸ ਗੱਲ ਖਤਮ ਹੋ ਗਈ। ਪਰ ਉਹ ਕਹਿੰਦੇ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਤੇ ਮਨਾ ਕੀਤਾ ਹੈ ਪਾਠ ਪੜ੍ਹਨ ਤੋਂ। ਕਹੇ ਕਿ ਤੇਰਾ ਧਿਆਨ ਉੱਥੇ ਜੋ ਹੋਣਾ ਜ਼ਰੂਰੀ ਹੈ। ਹੁਣ ਫਿਰ ਧਿਆਨ ਨੂੰ ਕਿੱਦਾਂ ਪੱਕਾ ਕਰਨਾ, ਉਹਦੇ ਬਾਰੇ ਕਿੰਨਾ ਗੱਲਬਾਤ ਕੀਤੀ ਨਹੀਂ, ਉਹ ਤੇ ਗੱਲ ਉੱਦਾਂ ਹੀ ਕਲੋਜ਼ ਹੋ ਗਈ। ਜੇ ਉਹ ਨਮਾਜ਼ ਦੀ ਗੱਲ ਸੀ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਬਹੁਤ ਵਧੀਆ, ਤੂੰ ਵੀ ਨਮਾਜ਼ ਪੜ੍ਹੀ, ਮੈਂ ਵੀ ਪੜ੍ਹ ਲਈ, ਗੱਲ ਖਤਮ ਹੋ ਗਈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਹੀ ਕੁਐਸਚਨ ਮਾਰਕ ਕਰਤਾ ਸੀ ਕਿ ਤੇਰਾ ਧਿਆਨ ਨਹੀਂ ਹੈਗਾ, ਜਿਸ ਕਰਕੇ ਤੇਰੀ ਨਮਾਜ਼ ਜਿਹੜੀ ਸਵੀਕਾਰ ਨਹੀਂ ਹੋਣੀ। ਤੇ ਫਿਰ ਸਾਡਾ ਪਾਠ ਕਿੱਥੋਂ ਸਵੀਕਾਰ ਹੋ ਜਾਊਗਾ? ਨਿੱਜਰ ਸਾਹਿਬ, ਇਹ ਵੀ ਸਵਾਲ ਕਰਨਾ ਜ਼ਰੂਰੀ ਸੀ ਸਾਡੇ ਲਈ। ਬਿਲਕੁਲ, ਬਹੁਤ ਜ਼ਰੂਰੀ ਹੈ ਜੀ, ਬਿਲਕੁਲ। ਗੱਲ ਤਾਂ ਇੱਥੇ ਹੀ ਹੈਗੀ ਆ। ਤੇ ਉਹ ਏਦਾਂ ਦੀ ਗੱਲ ਕੋਈ ਕਰਦਾ ਹੀ ਨਹੀਂ ਤੇ ਨਾ ਕੋਈ ਬੋਲਦਾ। ਉਹ ਕਹਿੰਦੇ ਜ਼ਰੂਰੀ ਆ 5 ਬਾਣੀਆਂ ਦਾ ਪਾਠ ਪੜ੍ਹੋ, ਪਰ ਉਹ ਕੋਈ ਏਦਾਂ ਦੀ ਗੱਲ ਹੀ ਨਹੀਂ ਕਰਦਾ ਕਿ ਤੇਰਾ ਧਿਆਨ ਵੀ ਉੱਥੇ ਹੋਣਾ ਜ਼ਰੂਰੀ ਆ। ਬਾਣੀ ਭਾਵੇਂ ਇੱਕ ਪੜ੍ਹ ਲਾ ਤੂੰ। ਜਿੱਥੇ ਧਿਆਨ ਹੈਗਾ ਉੱਥੇ ਆਪਣੀ ਇਨਵੈਸਟਮੈਂਟ ਹੈਗੀ, ਉੱਥੇ ਮਨ ਹੈਗਾ ਆਪਣਾ, ਔਰ ਉੱਥੇ ਹੀ ਪ੍ਰੋਗਰੈਸ ਹੈਗੀ ਭਾਈ, ਉੱਥੇ ਹੀ ਪ੍ਰੋਗਰੈਸ ਹੈਗੀ। ਬਸ ਉਹੀ ਮੈਨੂੰ ਤੇ ਲੱਗਦਾ ਹੀ ਨਹੀਂ ਆਪਣੇ ਸਿੱਖ ਧਰਮ ਦੇ ਵਿੱਚ ਕੋਈ ਧਿਆਨ ਦੇਣ ਕੋਈ ਕਰ ਰਿਹਾ ਗੱਲਬਾਤ। ਉਹ ਬਸ ਕਹਿੰਦਾ, ਕੋਈ ਕਹਿੰਦਾ ਵਾਹਿਗੁਰੂ ਕਰੀ ਜਾ, ਕੋਈ ਪਤਾ ਨੀ ਕੀ ਕਹਿੰਦੇ ਬੋਲੀ ਜਾ, ਪਰ ਧਿਆਨ ਧੂਣ ਦੇ ਬਾਰੇ ਤੇ ਕੋਈ ਗੱਲ ਹੀ ਨਹੀਂ ਕਰਦੇ ਪਏ। ਨਾ ਬੈਠੇ ਸਾਰੇ ਉਹ ਤਾਂ ਕਹਿੰਦੇ ਜੀ ਬਸ 2 ਦੂਣੀ 4, ਜਿਵੇਂ ਪਹਾੜੇ ਰਟਾਈ ਦੇ ਐਵੇਂ ਵਾਹਿਗੁਰੂ ਵਾਹਿਗੁਰੂ ਰਟਾ ਦੇਣਾ ਹੈ ਅਸੀਂ, ਬਸ ਉਹਦੇ ਪਿੱਛੇ ਲੱਗੇ ਹੋਏ। ਤੇ ਉਹਦੇ ਵਿੱਚ ਫਿਰ ਪ੍ਰੋਗਰੈਸ ਨਹੀਂ ਹੋਣੀ। ਫਿਰ ਤੁਸੀਂ ਪਿੱਛੇ ਜਾਓਗੇ, ਅੱਗੇ ਨਹੀਂ ਜਾ ਸਕਦੇ। ਕਹਿਣ ਤੋਂ ਭਾਵ ਜਦੋਂ ਗੱਡੀ ਚਲਾਈ ਦੀ ਆ, ਉਹ 'ਚ ਵੇਖਿਆ ਨੀ ਇੱਕ ਬੈਕ ਰੀਅਰ ਮਿਰਰ ਕਹਿੰਦੇ ਆ, ਰੀਅਰ ਮਿਰਰ ਕਹਿੰਦੇ ਨਾ ਨਿੱਜਰ ਸਾਹਿਬ? ਹਾਂਜੀ, ਰੀਅਰ ਵਿਊ ਮਿਰਰ, ਜਿਹੜਾ ਸ਼ੀਸ਼ਾ ਹੁੰਦਾ। ਹਾਂਜੀ ਵੀਰ ਜੀ, ਛੋਟਾ ਜਿਹਾ ਹੁੰਦਾ, ਉਹ ਕੇਵਲ ਮਾੜਾ ਜਿਹਾ ਵੇਖਣ ਵਾਸਤੇ। ਹੁਣ ਮੇਰੇ ਵਰਗਾ ਉਹੀ ਵੇਖੀ ਜਾਵੇ ਤੇ ਫਿਰ ਗੱਡੀ ਕਿੱਥੋਂ ਚੱਲੂਗੀ? ਉਹ ਕਹਿੰਦੇ ਕਿ ਜਿਹੜਾ ਤੇਰਾ ਮਨ ਆ, ਉਹ ਤੇ ਉੱਥੇ ਛੋਟੇ ਜਿਹੇ ਸ਼ੀਸ਼ੇ ਨੂੰ ਵੇਖੀ ਜਾ ਰਿਹਾ। ਪਿੱਛੇ ਕੀ ਹੋਇਆ, ਪਿੱਛੇ ਮੇਰੀ ਸੱਸ ਨੇ ਮੈਨੂੰ ਫਲਾਨਾ ਕੰਮ ਕਹਿਤਾ ਸੀ, ਮੈਨੂੰ ਮਿਹਣਾ ਮਾਰਿਆ ਸੀ, ਮੇਰੀ ਸੱਸ ਨੇ, ਨੌਂ ਨੇ ਮਿਹਣਾ ਮਾਰਿਆ ਸੀ, ਮੇਰਾ ਭਰਾ ਆਇਆ ਸੀ, ਇਹਨਾਂ ਚਾਹ ਨਹੀਂ ਪਿਆਈ। ਉਹ ਤੁਸੀਂ ਤੇ ਉਹ ਰੀਅਰ ਮਿਰਰ ਵੇਖ ਕੇ ਆਪਣਾ ਜੀਵਨ ਬਤੀਤ ਕਰ ਰਹੇ ਜੋ। ਅੱਗੇ ਗੱਡੀ ਜਿਹੜੀ ਆ ਟਕਰਾ ਰਹੀ ਆ ਇੱਧਰ ਉੱਧਰ। ਉਹ ਤੇ ਟਕਰਾਉਣੀਆਂ ਨਹੀਂ ਦਿੰਦਾ। ਉਹ ਵੱਡਾ ਸ਼ੀਸ਼ਾ ਛੱਡ ਕੇ ਤੇ ਨਿਕਲ ਜਾ ਵੇਖਣ ਦੇ ਆਪਾਂ। ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਹਮ ਆਦਮੀ ਹਾਂ ਇੱਕਦਮ। ਮਤਲਬ ਕਿ ਮੈਂ ਤੇ ਵਰਤਮਾਨ ਕਾਲ ਰੂਪੀ ਧਾਰਾ 'ਚ ਜਿਹੜਾ ਅੱਗੇ ਆ ਰਿਹਾ, ਮੈਂ ਉਹ ਵੇਖਦਾ ਵਾਂ। ਮੈਂ ਪਿੱਛੇ ਕੀ ਹੋਇਆ ਉਹਨੂੰ ਛੱਡਤਾ ਵਾ। ਉਹ ਕੇਵਲ ਮੈਨੂੰ ਇੰਨਾ ਹੀ ਹੈਲਪ ਕਰ ਰਿਹਾ ਕਿ ਮੈਂ ਅੱਗੇ ਰਿਪੀਟ ਨਾ ਕਰਾਂ। ਬਸ ਜਿਹੜੀ ਮੈਂ ਬੇਵਕੂਫੀ ਪਿੱਛੇ ਕੀਤੀ ਹੈ ਨਾ, ਮੈਂ ਅੱਗੇ ਨਾ ਰਿਪੀਟ ਕਰਾਂ, ਇੰਨੀ ਗੱਲ ਹੋ ਰਹੀ ਹੈ। ਬਿਲਕੁਲ। ਤੇ ਜੇ ਮੈਂ ਪਿੱਛੇ ਵੇਖ ਕੇ ਛੋਟਾ ਜਿਹਾ ਸ਼ੀਸ਼ਾ ਵੇਖ ਕੇ ਜਿਹੜਾ ਬੀਤਿਆ ਜੀਵਨ ਹੈ, ਤੇ ਗੱਡੀ ਬੜੀ ਗਲਤ, ਗੱਡੀ ਨਹੀਂ ਚੰਗੀ ਚੱਲ ਰਹੀ ਸਾਡੀ, ਉਹਦੇ ਬੜਾ ਬੈਡ ਡਰਾਈਵਰ ਬਣ ਜਾਓਗੇ। ਬਿਲਕੁਲ, ਡਰਾਈਵਰ ਬਣ ਜਾਵਾਂਗੇ। ਐਡੇ ਵਧੀਆ ਡਰਾਈਵਰ ਨਹੀਂ ਹੋਗਾ ਜਿਹੜਾ ਉਹ ਸ਼ੀਸ਼ੇ ਨੂੰ ਵੇਖ ਕੇ ਗੱਡੀ ਚਲਾਉਂਦੇ। ਉਹ ਵੱਡੀ ਸ਼ੀਸ਼ਾ ਵਾ, ਅਗਲੇ ਬੰਨੇ ਡਿਸਪਲੇ ਆ। ਵਰਤਮਾਨ ਕਾਲ ਰੂਪੀ ਧਾਰਾ ਨੂੰ ਦੇਖੋ, ਔਰ ਇਹਦੇ ਵਿੱਚ ਜੋ ਹੁਣ ਹੋ ਰਿਹਾ ਹੈ ਉਹ ਕਰੋ ਸਹੀ ਤਰੀਕੇ ਨਾਲ। ਜਿਹੜਾ ਪਿੱਛੇ ਬੀਤ ਗਿਆ ਉਹਦੇ ਬਾਰੇ ਕੁਝ ਗੱਲ ਕਰਨ ਦਾ ਜ਼ਿਆਦਾ ਫਾਇਦਾ ਨਹੀਂ ਹੈਗਾ। ਉਹ ਤੋਂ ਲੈਸਨ ਸਿੱਖ ਸਕਦੇ ਹਾਂ, ਜੋ ਮਿਸਟੇਕ ਕੀਤੀਆਂ ਨੇ ਆਪਾਂ ਰਿਪੀਟ ਨਾ ਕਰੀਏ। ਠੀਕ ਹੈ ਜੀ, ਅੱਗੇ ਚਲੀਏ ਨਿੱਜਰ ਸਾਹਿਬ। ਇਹ ਸੁਖਜੀਤ ਜੀ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ, ਨਿੱਜਰ ਸਾਹਿਬ ਤੇ ਗੁਰਕੀ ਸਾਹਿਬ, ਸਾਨੂੰ ਬਚਪਨ ਤੋਂ ਏਦਾਂ ਟਿਊਨ ਕੀਤਾ ਗਿਆ ਕਿ ਅਸੀਂ ਜਾਂ ਪਾਸਟ 'ਚ ਰਹਿੰਦੇ ਆ
ਤੇ ਜਾਂ ਫਿਊਚਰ 'ਚ। ਹੂੰ ਉਹ ਅਸੀਂ ਬਚਪਨ 'ਚ ਸਕੂਲ ਹੁੰਦੇ ਸੀ ਸਾਡੇ, ਉਹ ਹੁੰਦੇ ਸੀਗੇ ਬਜ਼ੁਰਗ, ਉਹ ਕਹਿੰਦੇ ਹੁੰਦੇ ਸੀ ਅਸੀਂ ਪ੍ਰੈਜ਼ੈਂਟ 'ਚ ਤਾਂ ਰਹਿੰਦੇ ਹੀ ਨਹੀਂ ਇੱਥੇ। ਹੁਣ ਸਾਨੂੰ ਵੀ ਮੈਨੂੰ ਵੀ 40 ਸਾਲ ਹੋ ਗਏ ਉੱਥੇ ਕੈਨੇਡਾ ਰਹਿੰਦੇ ਨੂੰ। ਗੋਰੇ ਹਮੇਸ਼ਾ ਪ੍ਰੈਜ਼ੈਂਟ 'ਚ ਰਹਿੰਦੇ ਆ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਆ। ਤੇ ਅੱਗੇ ਜਿਹੜਾ ਹੈਗਾ ਪੌੜੀ ਆ ਗਈ ਜਿਹਦੇ ਵਾਸਤੇ ਸ਼ਲੋਕ ਲੱਗੇ ਸੀਗੇ। ਇਹਦੇ ਵਿੱਚ ਜਿਹੜਾ ਹੈਗਾ ਦੇਖੋ ਦੋ ਚੀਜ਼ਾਂ ਹੈਗੀਆਂ, ਇੱਕ ਹੈਗਾ ਪਰਮਾਤਮਾ ਔਰ ਇੱਕ ਹੈਗੀ ਮਾਇਆ। ਮਾਇਆ ਜਿਹੜੀ ਆ ਮਾਲਕ ਨੇ ਆਪਣੀ ਸ਼ਕਤੀ ਦੇ ਨਾਲ ਬਣਾਈ ਆ। ਮਾਇਆ ਜਿਹੜੀ ਹੈਗੀ ਆ ਉਹ ਮ੍ਰਿਗ ਤ੍ਰਿਸ਼ਨਾ ਹੈਗੀ, ਉਹ ਝੂਠ ਹੈਗੀ। ਬਾਣੀ ਕਹਿੰਦੀ ਹੈ ਝੂਠ ਆ ਭਾਈ, ਜੇ ਤੂੰ ਇਹਨੂੰ ਦੇਖ ਕੇ ਇਹ ਸਵਾਦਾਂ ਨੂੰ, ਇਹ ਮਾਇਆ ਨੂੰ, ਇਹ ਆਕਾਰ ਜਿਹੜੇ ਹੈਗੇ ਤੇਰੇ ਨਾਲ, ਪਰਿਵਾਰ ਜੋ ਹੈ, ਜੇ ਇਹਦੇ ਨਾਲ, ਇਹ ਪੰਜਾਂ ਤੱਤਾਂ ਦੇ ਨਾਲ ਜੇ ਤੂੰ ਜੁੜਿਆ ਹੋਇਆ ਹੈ ਪਿਆਰਿਆ, ਫਿਰ ਤਾਂ ਤੂੰ ਝੂਠ ਦੇ ਨਾਲ ਜੁੜਿਆ ਹੋਇਆ ਹੈ। ਤੇਰਾ ਆਪਣਾ ਹੀ ਜਿਹੜਾ ਸਰੀਰ ਜਿਹੜਾ ਹੈਗਾ ਉਹੀ ਝੂਠਾ ਹੈਗਾ, ਤੇ ਤੂੰ ਦੂਜੇ ਦੇ ਸਰੀਰ ਨਾਲ ਕਿਸ ਤਰ੍ਹਾਂ ਜੁੜ ਸਕਦਾ ਹੈ ਭਾਈ? ਇਹ ਕਿਵੇਂ ਸੱਚੇ ਹੋ ਸਕਦੇ ਆ? ਇਹ ਦੁਨੀਆ ਦੇ ਪਦਾਰਥ ਕਿਵੇਂ ਸੱਚੇ ਹੋ ਸਕਦੇ ਆ? ਤੇ ਦੋ ਚੀਜ਼ਾਂ ਹੈਗੀਆਂ, ਇੱਕ ਝੂਠ ਹੈਗਾ ਔਰ ਇੱਕ ਸੱਚ ਹੈਗਾ। ਝੂਠ ਹੈਗਾ ਮਾਇਆ ਜਿਹੜੀ ਬਣਾਈ ਹੋਈ ਹੈ, ਫੈਬਰੀਕੇਟਡ ਹੈਗੀ, ਔਰ ਸੱਚ ਹੈਗਾ ਪਰਮਾਤਮਾ। ਹੁਣ ਜਿਹੜਾ ਹੈਗਾ ਆਪਸ਼ਨ ਆਪਣੇ ਕੋਲ ਹੈਗੀ, ਆਪਸ਼ਨ ਆਪਣੇ ਕੋਲ ਆ ਜਿੱਧਰ ਨੂੰ ਆਪਾਂ ਜਿਹਦੇ ਨਾਲ ਮਰਜ਼ੀ ਜੁੜ ਜਾਈਏ। ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਏ। ਕਹਿੰਦੇ ਸੱਚ ਤੋਂ ਪਰਮਾਤਮਾ ਨੂੰ ਛੱਡ ਕੇ ਤੂੰ ਜਿੱਥੇ ਮਰਜ਼ੀ ਜੁੜਿਆ ਹੋਇਆ ਹੈ, ਜੋ ਮਰਜ਼ੀ ਕਮਾਈ ਕਰ ਰਿਹਾ ਹੈ, ਝੂਠ ਕੂੜ ਦੀ ਕਮਾਈ ਕਰ ਰਿਹਾ ਹੈ। ਵਿਣ ਸੱਚੇ ਕੂੜਿਆਰ ਬਨ ਚਲਾਈਏ। ਤੂੰ ਝੂਠਾ ਹੈਗਾ ਆ, ਤੇਰਾ ਜੀਵਨ ਝੂਠਾ ਹੈਗਾ, ਤੇਰੀ ਜਰਨੀ ਝੂਠੀ ਹੈਗੀ ਆ। ਤੈਨੂੰ ਫਿਰ ਵਾਪਸ ਬਨ ਕੇ ਜਿਹੜਾ ਹੈ ਧਰਮਰਾਜ ਨੇ ਡੱਕਰ ਦੇਣਾ, ਫਿਰ ਜੂਨਾਂ ਦੇ ਵਿੱਚ ਚਲਾਉਣਾ ਹੈ ਤੈਨੂੰ। ਵਿਣ ਸੱਚੇ ਤਨ ਛਾਰ ਛਾਰ ਰਲਾਈਏ। ਉਸ ਸੱਚੇ ਮਾਲਕ ਪਰਮਾਤਮਾ ਤੋਂ ਬਗੈਰ, ਸੱਚ ਤੋਂ ਬਗੈਰ ਤੇਰਾ ਸਰੀਰ ਕਿਸੇ ਕੰਮ ਦਾ ਨਹੀਂ। ਤੇਰੀ ਜਰਨੀ ਇੰਨੇ ਸਾਲ 40 50 80 ਸਾਲ 100 ਸਾਲ ਤੂੰ ਜੋ ਕੁਝ ਵੀ ਕੀਤਾ ਆ ਸਵਾ ਮਿੱਟੀ ਆ ਭਾਈ। ਦੱਸ ਕੀ ਕੀਤਾ ਹੈ ਤੇ ਕੀ ਤੇਰੇ ਪੱਲੇ ਹੈਗਾ? ਛਾਰ ਰਲਾਈਏ, ਛਾਰ ਦੇ ਨਾਲ ਹੀ ਰਲ ਜਾਣਾ ਹੈ ਤੇਰਾ ਸਰੀਰ ਭਾਈ, ਔਰ ਤੇਰੀ ਆਊਟਪੁੱਟ ਕੁਛ ਵੀ ਨਹੀਂ ਹੈਗੀ, ਨੈਗੇਟਿਵ ਹੈਗਾ। ਫਿਰ ਵਾਪਸ ਤੈਨੂੰ ਜਿਹੜਾ ਹੈਗਾ ਫਿਰ ਟ੍ਰੀਟਮੈਂਟ ਮਿਲੂਗਾ ਤੈਨੂੰ ਭਾਈ। ਵਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ। ਕਹਿੰਦੇ ਸੱਚੇ ਤੋਂ ਬਗੈਰ, ਮਾਲਕ ਪਰਮਾਤਮਾ ਤੋਂ ਬਗੈਰ ਤੇਰੀ ਆਤਮਾ ਨੇ ਤ੍ਰਿਪਤ ਹੋਣਾ ਨਹੀਂ, ਆਤਮਾ ਨਹੀਂ ਤੇਰੇ ਮਨ ਨੇ ਤ੍ਰਿਪਤ ਨਹੀਂ ਹੋਣਾ। ਵਿਣ ਸੱਚੇ ਸਭ ਭੁੱਖ, ਸਾਰੀ ਦੀ ਸਾਰੀ ਭੁੱਖਿਆ ਭੁੱਖਾ ਹੀ ਰਹੇਗਾ ਭਾਈ। ਜਿਹਦੇ ਨਾਲ ਮਰਜ਼ੀ ਜੁੜ ਜਾ ਝੂਠ ਦੇ ਨਾਲ, ਇਹਦੇ ਤਾਂ ਰੱਜ ਹੀ ਨਹੀਂ ਸਕਦਾ। ਇਹ ਤਾਂ ਐਸਾ ਹੈਗਾ ਜਿਸ ਤਰ੍ਹਾਂ ਜਿਹੜੇ ਨਾ ਆਪਾਂ ਸੁਪਨੇ ਦੇ ਵਿੱਚ ਲੱਡੂਆਂ ਦੀ ਟੋਕਰੀ ਖਾ ਲਈ, ਫਿਰ ਸਵੇਰੇ ਦੇ ਕਹਿੰਦੇ ਢਿੱਡ ਉਸ ਤਰ੍ਹਾਂ ਖਾਲੀ ਦਾ ਖਾਲੀ। ਵਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ। ਜੋ ਮਰਜ਼ੀ ਪਹਿਨ ਲਾ, ਜੋ ਮਰਜ਼ੀ ਖਾ ਲਾ, ਜੋ ਮਰਜ਼ੀ ਹੰਡਾ ਲਾ, ਜੋ ਮਰਜ਼ੀ ਕਰ ਲਾ ਭਾਈ। ਵਿਣ ਸੱਚੇ ਦਰਬਾਰ ਕੂੜੇ ਨਾ ਪਾਈਏ। ਬਗੈਰ ਸੱਚੇ ਤੋਂ ਮਾਲਕ ਪਰਮਾਤਮਾ ਦੇ ਦਰਬਾਰ ਦੇ ਵਿੱਚ ਐਂਟਰੀ ਨਹੀਂ ਹੋਣੀ, ਤੇਰੀ ਯਾਤਰਾ ਰੁਕਣੀ ਨਹੀਂ ਹੈ। ਤੇ ਇਹ ਕੂੜ ਦੇ ਨਾਲ, ਝੂਠ ਦੇ ਨਾਲ ਤਾਂ ਉਹ ਦਰਬਾਰ ਦਾ ਜਿਹੜਾ ਹੈਗਾ ਤੈਨੂੰ ਉਹਦੀ ਸੁਣਨਾ ਵੀ ਨਹੀਂ, ਉਹਦੇ ਬਾਰੇ ਤੈਨੂੰ ਕੁਝ ਸੁਣਨ ਨੂੰ ਵੀ ਨਹੀਂ ਮਿਲੂਗਾ ਭਾਈ। ਕੂੜੇ ਲਾਲਚ ਲੱਗ ਮਹਿਲ ਖੁਆਈਏ। ਜੇ ਤੂੰ ਇਸੇ ਤਰੀਕੇ ਦੇ ਨਾਲ ਝੂਠ ਦੇ ਨਾਲ, ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਮਾਇਆ ਦੇ ਨਾਲ ਲੱਗਿਆ ਰਿਹਾ ਤੇ ਭਾਈ ਤੂੰ ਜਿਹੜਾ ਹੈਗਾ ਆਹ ਜਨਮ ਤੇਰਾ ਮਿਲਿਆ ਸੀਗਾ ਇਹ ਮਹਿਲ ਪਾਉਣ ਦੇ ਵਾਸਤੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਭਾਈ ਇਹ ਬਾਰੀ ਤੇਰੀ ਜਿਹੜੀ ਹੈਗੀ ਆ ਮਿਸ ਹੋ ਜਾਣੀ ਆ, ਵੇਸਟ ਹੋ ਜਾਣੀ ਆ। ਖਵਾ ਲਈ ਤੂੰ ਆਪ ਖਵਾਈ ਆ, ਤੂੰ ਆਪ ਖਵਾਈ ਆ। ਚੱਲ ਬਾਰੀ ਖਵਾਈ ਆ, ਪਰ ਤੂੰ ਜਿਹੜਾ ਹੈਗਾ ਨੈਗੇਟਿਵ ਹੋਇਆ, ਦੂਜਿਆਂ ਨੂੰ ਤਕਲੀਫ ਦਿੱਤੀ ਆ, ਆਵਗੁਣ ਕੀਤੇ ਹੈਗੇ, ਉਹਦੇ ਨਾਲ ਤੇਰਾ ਜਿਹੜਾ ਹੈਗਾ ਫਿਰ ਸਾਈਕਲ ਤੇਰਾ ਬਹੁਤ ਲੰਬਾ ਹੋ ਜਾਏਗਾ। ਸਭ ਜਗ ਠਗਿਓ ਠੱਗੇ ਆਈਏ ਜਾਈਏ। ਸਾਰੇ ਦੇ ਸਾਰੇ ਸੰਸਾਰ ਦੇ ਜੀਵ ਜਿਹੜੇ ਹੈਗੇ ਇਹ ਮਾਇਆ ਨੇ ਠਗੇ ਹੋਏ ਆ ਭਾਈ, ਔਰ ਐਸੇ ਤਰੀਕੇ ਦੇ ਨਾਲ ਆਉਂਦੇ ਜਾਂਦੇ ਰਹਿੰਦੇ ਆ। ਮੇਰਾ ਨਾ ਇੱਕ ਬ੍ਰਦਰ ਜਿਹੜੇ ਮੇਰੇ ਹੁਣੇ ਹੀ ਡੈਥ ਹੋਈ ਆ, ਅਤੇ ਉਹ 2 ਸਾਲ ਦੇ ਜਿਹੜੇ ਸੀਗੇ ਇਸ ਪਾਸੇ ਆ ਗਏ ਸੀ। ਮੈਂ ਪਹਿਲਾਂ ਵੀ ਦੱਸਿਆ ਸੀਗਾ, ਇੱਕ ਵਾਰੀ ਜਿਹੜੇ ਹੈਗੇ ਆ ਰਹੇ ਸੀ ਅਸੀਂ ਪਿੰਡੋਂ, ਅਤੇ ਉਹ ਗੱਡੀ ਚਲਾ ਰਿਹਾ ਸੀ, ਅਤੇ ਮੈਂ ਉਹਨੂੰ ਕਿਹਾ ਕਿ
ਛੋਟਾ ਹੀ ਕਹਿੰਦੇ ਸੀ ਮੈਂ, ਕਿਉਂਕਿ ਛੋਟਾ ਸੀਗਾ ਉਹ। ਮੈਂ ਕਿਹਾ ਛੋਟੇ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਆਪਾਂ ਚਿੱਟੀ ਦਾੜੀ ਹੋ ਗਈ ਆ, ਉਮਰ ਹੋ ਗਈ ਆ ਪੂਰੀ, ਜਿਹੜਾ ਹੈਗਾ ਹੁਣ ਘੱਟ ਤੋਂ ਘੱਟ ਜਿਹੜਾ ਹੈਗਾ ਹੁਣ ਭਗਤੀ ਕਰ ਲਾ, ਅਤੇ ਜਿਹੜਾ ਹੈਗਾ ਹੁਣ ਤਾਂ ਜਿਹੜਾ ਹੈਗਾ ਆਖਰੀ ਸਮਾਂ ਹੈਗਾ। ਅਤੇ ਕਹਿੰਦਾ ਭਾਈ ਸਾਹਿਬ ਇੰਨੀ ਦੁਨੀਆ ਜਿਹੜੀ ਹੈਗੀ ਆ, ਇੰਨੇ ਲੋਕੀ ਹੈਗੇ ਆ। ਮੈਂ ਕਿਹਾ ਤੇਰਾ ਕੀ ਬਣੂਗਾ? ਤੂੰ ਸੋਚਿਆ ਵੀ ਅੱਗੇ ਹੁਣ ਕੀ ਹੋਊਗਾ ਇਸ ਤੋਂ ਬਾਅਦ, ਜਿਹੜਾ ਸਰੀਰ ਜਾਊਗਾ ਅਤੇ ਫਿਰ ਕੀ ਹੋਊਗਾ? ਕਹਿੰਦਾ ਇੰਨੇ ਲੋਕੀ ਹੈ ਭਗਤੀ ਕਰ ਰਹੇ ਸਾਰੇ, ਜੋ ਇਹਨਾਂ ਦਾ ਹੋਊਗਾ ਮੇਰਾ ਵੀ ਹੋ ਜਾਊਗਾ ਭਾਈ। ਆਹ ਜਵਾਬ ਸੀਗਾ ਉਹਦਾ। ਔਰ ਪਤਾ ਨਹੀਂ ਕਿਸ ਤਰ੍ਹਾਂ ਮਾਲਕ ਨੇ ਕਿਰਪਾ ਕਰ ਦਿੱਤੀ, ਔਰ ਫਿਰ ਜਿਹੜਾ ਹੈਗਾ ਇੰਨਾ ਇੱਕਦਮ ਹੀ ਉੱਲਰ ਗਿਆ ਇਸ ਪਾਸੇ ਨੂੰ। ਸਭ ਜਗ ਠਗਿਓ ਠੱਗ, ਆਈਏ ਜਾਈਏ, ਤਨ ਮੈਂ ਤ੍ਰਿਸ਼ਨਾ ਅੱਗ, ਸ਼ਬਦੇ ਬੁਝਾਈਏ। ਕਹਿੰਦੇ ਤਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਜਿਹੜੀ ਹੈਗੀ, ਇਹ ਸ਼ਬਦ ਦੇ ਨਾਲ ਜਿਹੜੀ ਹੈਗੀ, ਧਿਆਨ ਸਿਮਰਨ ਦੇ ਨਾਲ, ਸੱਚ ਦੇ ਨਾਲ ਜੁੜ ਕੇ ਹੀ ਬੁਝ ਸਕਦੀ ਆ। ਨਹੀਂ ਤਾਂ ਜਿਹੜੀ ਹੈਗੀ ਆ ਸਾਰਾ ਸੰਸਾਰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਮਨੁੱਖੀ ਜੂਨ ਨੂੰ ਆਪਣੀ ਨੂੰ ਖੁਸਾ ਦਿੰਦਾ ਹੈ, ਗਵਾ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਕਹਿੰਦੇ ਆ ਕਿ ਸੱਚ ਨੂੰ ਛੱਡ ਕੇ ਬਾਕੀ ਜੋ ਵੀ ਤੁਸੀਂ ਕਮਾਈ ਕਰੋਗੇ ਨਾ, ਉਹ ਕੂੜ ਹੈ। ਜੇ ਤੁਸੀਂ ਸੱਚ ਨੂੰ ਛੱਡਤਾ ਤੇ ਬਾਕੀ ਜੋ ਵੀ ਕੀਤਾ ਹੈ ਨਾ, ਉਹ ਜ਼ਿੰਦਗੀ ਦੇ ਵਿੱਚ ਕਹਿੰਦੇ ਆਊਟਪੁੱਟ ਨਹੀਂ ਹੈਗੀ ਉਹਦੀ। ਤੇ ਇਸ ਕਰਕੇ ਮਤਲਬ ਕਮਾਈ ਜਿਹੜੀ ਆ ਉਹ ਸੱਚ ਦੀ ਹੈ ਮੇਨ। ਇਹ ਤੁਸੀਂ ਆਪਣੀ ਆਤਮਾ ਨੂੰ ਬਾਹਰ ਕੱਢ ਦਿੰਦੇ ਜੋ ਨਾ, ਤੇ ਬਾਕੀ ਤੁਹਾਡੇ ਜੀਵਨ ਚ ਕੂੜ ਹੀ ਆ, ਫਿਰ ਕੁਛ ਵੀ ਨਹੀਂ ਹੋਏਗਾ। ਬਾਕੀ ਬੜਾ ਅਜੀਬ ਜਿਹਾ ਜੀਵਨ ਤੇ ਘਟੀਆ ਕਿਸਮ ਦਾ ਜੀਵਨ ਹੋਵੇਗਾ। ਤੇ ਫਿਰ ਕਹਿੰਦੇ ਆ ਕਿ ਜੇ ਤੁਸੀਂ ਕੂੜ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਜੋ, ਫਿਰ ਕਹਿੰਦੇ ਬੰਧਨਾਂ ਦੇ ਵਿੱਚ ਭੱਜੇ ਜਾਣਾ। ਕਿਉਂਕਿ ਕੂੜ ਦਾ ਮਤਲਬ ਕਿ ਜਿਸ ਚੀਜ਼ ਨੇ ਤੁਹਾਨੂੰ ਮੁਕਤ ਕਰਨਾ, ਤੁਸੀਂ ਉਹਨੂੰ ਤੇ ਕਦੇ ਯਾਦ ਹੀ ਨਹੀਂ ਕੀਤਾ। ਤੇ ਬਾਕੀ ਜੋ ਵੀ ਆਪਾਂ ਕਰ ਰਹੇ ਹਾਂ ਉਹ ਤੇ ਸਾਰੇ ਫਲਦਾਇਕ ਆ, ਚਾਹੇ ਪਾਪ ਆ ਚਾਹੇ ਪੁੰਨ ਆ। ਇਹ ਦੋਨੋਂ ਫਲਦਾਇਕ ਨੇ। ਤੁਸੀਂ ਪੁੰਨ ਕਰੋਗੇ ਉਹ ਵੀ ਤੁਹਾਨੂੰ ਭੋਗਣੇ ਪੈਣਗੇ, ਤੁਸੀਂ ਪਾਪ ਕਰੋਗੇ ਉਹ ਵੀ ਤੁਹਾਨੂੰ ਭੋਗਣੇ ਪੈਣਗੇ। ਨਿੱਜਰ ਸਾਹਿਬ ਬਿਲਕੁਲ। ਪੁੰਨ ਕਰਾਂਗੇ ਤੇ ਸੁੱਖ ਮਿਲ ਜਾਣਗੇ, ਤੇ ਪਾਪ ਕਰਾਂਗੇ ਤੇ ਦੁੱਖ ਮਿਲ ਜਾਣਗੇ। ਹਾਂਜੀ ਵੀਰ ਜੀ। ਹਾਂ, ਇਸ ਕਰਕੇ ਜਦੋਂ ਤੁਸੀਂ ਆਪਣੀ ਆਤਮਾ 'ਚ ਸਥਿਰ ਹੋ ਗਏ ਨਾ, ਤੇ ਫਿਰ ਬੰਦਾ ਪਾਪ ਤੇ ਪੁੰਨ ਤੋਂ ਮੁਕਤ ਹੋ ਜਾਂਦਾ। ਕਿਉਂਕਿ ਉਹ ਫਿਰ ਉਹ ਮਤਲਬ ਕੁਝ ਕਰਦਾ ਹੀ ਨਹੀਂ ਆ, ਨਾ ਉਹ ਪਾਪ ਕਰਦਾ ਨਾ ਪੁੰਨ ਕਰਦਾ, ਉਹਦੇ ਰਾਹੀਂ ਹੋ ਰਿਹਾ ਹੈ। ਹੁਣ ਉਹ ਕਰਦਾ ਨਹੀਂ। ਜਿੱਦਾਂ ਆਪਾਂ ਕਰਦੇ ਹਾਂ ਤੇ ਬ੍ਰਹਮ ਗਿਆਨੀ ਕਰਦਾ ਨਹੀਂ ਆ, ਉਹਦੇ ਰਾਹੀਂ ਚੀਜ਼ ਹੋ ਰਹੀ ਆ। ਉਹ ਤੇ ਜਸਟ ਇੱਕ ਬਾਂਸਰੀ ਆ। ਹੁਣ ਬਾਂਸਰੀ ਦੇ ਵਿੱਚ ਹਵਾ ਵੱਜਦੀ ਆ ਤੇ ਉਹਦੇ ਚੋਂ ਆਵਾਜ਼ ਨਿਕਲ ਰਹੀ ਆ। ਬਾਂਸਰੀ ਕੋਈ ਜੋੜਦੀ ਨਹੀਂ ਉਹਦੇ ਨਾਲ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ। ਉਹ ਪ੍ਰੈਜ਼ੈਂਟ ਦੇ ਵਿੱਚ ਹੋ ਜਾਂਦਾ ਹੈ, ਬਸ ਇੰਨੀ ਕੀ ਗੱਲ ਹੈ। ਹਾਂਜੀ। ਆਊਗੀ ਤੇ ਵੱਜੂਗੀ, ਨਹੀਂ ਕੁਝ ਆਇਆ ਤਾਂ ਕੁਝ ਨਹੀਂ ਵੱਜੇਗਾ। ਤੇ ਫਿਰ ਕਹਿੰਦੇ ਆ ਕਿ ਬਿਨ ਸੱਚੇ ਤਨ ਛਾਰ ਲਈਏ। ਜੇ ਉਹਨੂੰ ਪ੍ਰਮਾਤਮਾ ਨੂੰ ਤੁਸੀਂ ਨਹੀਂ ਯਾਦ ਕਰਦੇ, ਭਗਤੀ ਨਹੀਂ ਕਰਦੇ, ਫਿਰ ਮਿੱਟੀ 'ਚ ਮਿੱਟੀ ਰਲ ਜਾਣੀ, ਪ੍ਰਾਪਤੀ ਤੋਂ ਹੀ ਨਹੀਂ ਕੁਛ। ਫਿਰ ਕਹਿੰਦੇ ਬਿਨ ਸੱਚੇ ਸਭ ਭੁੱਖ, ਜੇ ਪੈਜੇ ਖਾਈਏ, ਜੋ ਮਰਜੀ ਪਹਿਨ ਲਓ, ਜੋ ਮਰਜੀ ਖਾ ਲਓ। ਹਾਂ, ਫਿਰ ਕਹਿੰਦੇ ਉਹ ਤੁਹਾਡੀ ਉਹ ਤ੍ਰਿਪਤ ਨਹੀਂ ਹੋਣੀ ਨਾ, ਬਿਲਕੁਲ ਨਹੀਂ ਹੋਣੀ। ਹਾਂ, ਉਹ ਫਿਰ ਉਹ ਬਾਣੀ ਤੇ ਇਸੇ ਕਰਕੇ ਆਪਾਂ ਨੂੰ ਸਮਝਾਉਂਦੀ ਆ ਕਿ ਸਰਬ ਜਗਤ ਕਾ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕਿ ਤੇਰੇ ਮਨ 'ਚ ਕਨਫਿਊਜ਼ਨ ਹੋ ਜਾਏ ਕਿ ਤੂੰ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰ ਲਏਗਾ ਤੇ ਸੁਖੀ ਹੋ ਜਾਏਗਾ। ਉਹ ਕਹਿੰਦੇ ਨਹੀਂ, ਇਹ ਭਾਵੇਂ ਤੂੰ ਸਾਰੇ ਸੰਸਾਰ ਦਾ ਰਾਜਾ ਵੀ ਬਣ ਜਾਏਗਾ ਨਾ, ਤੇ ਜੇ ਕੋਈ ਬਣ ਵੀ ਗਿਆ ਉਹ ਦੁਖੀ ਹੀ ਰਹੇਗਾ, ਕਿਉਂਕਿ ਜੇ ਸੁੱਖ ਨਹੀਂ ਹੈਗਾ। ਸਹੀ ਹੈ ਜੀ। ਸੁੱਖ ਕਿੱਥੇ ਆ? ਆਤਮਾ ਦੇ ਵਿੱਚ। ਕਿ ਆਤਮਾ ਕੋਈ ਦੂਰ ਨਹੀਂ ਹੈ, ਇੰਨੀ ਕਰੀਬ ਆ, ਸਾਡੇ ਤੋਂ ਜ਼ਿਆਦਾ ਕਰੀਬ ਹੈ ਸਾਡੇ। ਠੀਕ ਹੈ ਜੀ। ਤੁਸੀਂ ਆਤਮਾ ਤੋਂ ਦੂਰ ਨਹੀਂ ਜਾ ਸਕਦੇ, ਕਿਉਂਕਿ ਆਤਮਾ ਨੇ ਤਾਂ ਘੇਰਿਆ ਤੁਹਾਨੂੰ। ਫਿਰ ਕਹਿੰਦੇ ਬਿਨ ਸੱਚੇ ਦਰਬਾਰ ਕੂੜੇ ਨਾ ਪਾਈਏ। ਕੂੜ ਦੇ ਨਾਲ ਨਹੀਂ ਜਾ ਸਕਦੇ ਪਾਏ ਦੇ ਮਾਲਕ ਦੇ ਦਰਬਾਰ 'ਚ। ਆਤਮਾ ਤੱਕ ਜਾਣਾ ਹੈ ਤੇ ਸੱਚ ਦੇ ਨਾਲ ਜਾ ਸਕਦੇ ਹਾਂ। ਹਾਂ, ਸੱਚ ਦਾ ਮਤਲਬ ਉਚਾਈ ਵੱਲ ਗਤੀ ਕਰਨੀ, ਨਿਵਾਣ ਵੱਲ ਨਹੀਂ। ਕੂੜ ਦਾ ਮਤਲਬ ਮੈਂ ਆਪਣੇ ਲੈਵਲ ਤੋਂ ਥੱਲੇ ਡਿੱਗ ਗਿਆ, ਜੋ ਮੇਰੀ ਪੋਜੀਸ਼ਨ ਹੈ ਨਾ, ਮੈਂ ਉੱਥੇ ਡਿੱਗ ਗਿਆ, ਉਹਨੂੰ ਕੂੜ ਕਹਿੰਦੇ ਆ। ਤੇ ਸੱਚ ਉੱਪਰ ਨੂੰ ਚੜ੍ਹਨਾ, ਜ਼ੋਰ ਲੱਗਦਾ ਉੱਥੇ। ਤੁਸੀਂ ਪੌੜੀਆਂ ਚੜ੍ਹਨੀਆਂ ਹੋਣ ਨਾ, ਤੁਸੀਂ 10-15 ਪੌੜੀਆਂ ਚੜ੍ਹੋ ਤੇ ਫਿਰ ਆਪਣਾ ਸਾਹ ਵੇਖ ਲਓ, ਐ ਫੁੱਲ ਜਾਂਦਾ। ਪਰ ਥੱਲੇ ਉਤਰ ਲੱਗਿਆ ਕੋਈ ਜ਼ੋਰ ਨਹੀਂ ਲੱਗਦਾ। ਪਾਣੀ ਉੱਤੋਂ ਥੱਲੇ ਰੋੜਨਾ, ਜਿੱਦਾਂ ਮਰਜ਼ੀ ਰੋੜ ਦੋ, ਪਾਣੀ ਆਪਣੇ ਆਪ ਹੀ ਥੱਲੇ ਤੁਰਿਆ ਆਉਂਦਾ। ਪਰ ਪਾਣੀ ਨੂੰ ਉੱਪਰ ਚੜ੍ਹਨਾ ਹੈ ਤੇ ਜ਼ੋਰ ਲੱਗੇਗਾ।
ਇਸੇ ਕਰਕੇ ਪ੍ਰਕਿਰਤੀ ਨੇ ਨਿਯਮ ਬਣਾਇਆ, ਚੰਗੀ ਚੀਜ਼ ਬੀਜਣੀ ਪੈਂਦੀ ਹੈ, ਮਾੜੀ ਚੀਜ਼ ਆਪਣੇ ਆਪ ਹੀ ਉੱਗ ਜਾਂਦੀ ਹੈ, ਉਹਨੂੰ ਕੋਈ ਬੀਜਣ ਦੀ ਲੋੜ ਨਹੀਂ। ਤੁਸੀਂ ਆਪਣੀ ਸਿਹਤ ਖਰਾਬ ਕਰਨੀ ਆ, ਬਸ ਤੁਸੀਂ ਐਕਸਰਸਾਈਜ਼ ਕਰਨੀ ਬੰਦ ਕਰ ਦਿਓ, ਜੋ ਮਰਜ਼ੀ ਦਿਲ ਕਰਦਾ ਖਾਈ ਜਾਓ, ਤੇ ਬਿਮਾਰੀਆਂ ਨੇ ਤੁਹਾਨੂੰ ਆਪਣੇ ਆਪ ਹੀ ਘੇਰਾ ਪਾ ਲੈਣਾ। ਹਾਂ, ਤੁਸੀਂ ਤੰਦਰੁਸਤ ਜੀਵਨ ਬਤੀਤ ਕਰਨਾ ਚਾਹੁੰਦੇ ਜੋ, ਤੇ ਫਿਰ ਇੰਦਰੀਆਂ ਤੇ ਸੰਜਮ ਕਰੋ। ਤੁਹਾਡੇ ਮਨ ਨੇ ਕਹਿਣਾ ਨਹੀਂ ਅੱਜ ਐਕਸਰਸਾਈਜ਼ ਕਰਨੀ ਆ, ਉਹਨੂੰ ਕਿ ਭਾਈ ਕਰਨੀ ਪੈਣੀ ਆ, ਤੈਨੂੰ ਜਾਣਾ ਪਊਗਾ, ਭਾਵੇਂ 20-25 ਮਿੰਟ ਹੀ ਜਾ, ਤੇ ਹੌਲੀ ਹੌਲੀ ਕਰਕੇ ਤੁਸੀਂ ਤੰਦਰੁਸਤ ਹੋ ਜਾਓਗੇ। ਠੀਕ ਹੈ ਜੀ। ਇਹ ਜਿਹੜੀ ਮਨ ਦੇ ਅੰਦਰ ਜਿਹੜੀ ਆਵਾਜ਼ ਆ, ਕੋਈ ਜ਼ਰੂਰੀ ਨਹੀਂ ਹੈ ਕਿ ਆਵਾਜ਼ ਸਹੀ ਆਵੇ, ਕਈ ਵਾਰੀ ਤੁਹਾਨੂੰ ਗਲਤ ਵੀ ਗਾਈਡ ਕਰ ਦਿੰਦੀ ਹੋ, ਔਰ ਉਸ ਨੂੰ ਪਰਖਣ ਦੇ ਲਈ ਤੁਹਾਡੇ ਕੋਲ ਬੁੱਧੀ ਹੈਗੀ ਹੈ। ਰੱਬ ਨੇ ਸਾਨੂੰ ਬੁੱਧੀ ਦਿੱਤੀ ਕਿ ਜੋ ਤੇਰਾ ਮਨ ਕਹਿ ਰਿਹਾ ਹੈ, ਪਹਿਲਾਂ ਇਹਨੂੰ ਕੁਐਸਚਨ ਮਾਰਕ ਕਰ, ਕਿ ਸਹੀ ਕਹਿ ਰਿਹਾ ਕਿਤੇ ਗਲਤ ਤੇ ਨਹੀਂ, ਤੈਨੂੰ ਗਲਤ ਰਸਤੇ ਤੇ ਨਹੀਂ ਲੈ ਕੇ ਜਾ ਰਿਹਾ ਕਿਤੇ। ਪਰ ਆਪਾਂ ਏਦਾਂ ਨਹੀਂ ਸੋਚਦੇ, ਆਪਾਂ ਕਹਿੰਦੇ ਆ ਕਿ ਮਨ ਜਿਹੜਾ ਬੜਾ ਵਧੀਆ ਉਹ ਸਾਡਾ ਹੈ, ਪਰ ਬਾਣੀ ਕਹਿੰਦੀ ਮਨ ਬੱਚਾ ਹੈ, ਛੋਟਾ ਜਿਹਾ ਬੱਚਾ, ਇੱਕ ਦੋ ਚੰਗੀਆਂ ਵੀ ਕਰਦਾ, ਫਿਰ ਗਲਤ ਵੀ ਕਰਦਾ ਹੈ। ਪਰ ਜਦੋਂ ਗਲਤ ਕਰੇ ਤੇ ਉਹ ਚੀਜ਼ ਨੂੰ ਤੁਸੀਂ ਨਹੀਂ ਕਰਨਾ, ਕਿਉਂਕਿ ਉਹ ਤੇ ਇੱਕ ਭਾਵਨਾ ਆਈ ਹੈ, ਔਰ ਭਾਵਨਾ ਜਿਹੜੀ ਉਹ ਜ਼ਿਆਦਾ ਸਮੇਂ ਲਈ ਰੁਕਦੀ ਨਹੀਂ ਹੈ, ਉਹ ਕੁਝ ਸਮੇਂ ਬਾਅਦ ਉਹਨੇ ਬਦਲ ਜਾਣਾ ਹੁੰਦਾ। ਇਸ ਕਰਕੇ ਇੱਕਦਮ ਐਕਸ਼ਨ ਲੈਣ ਦੀ ਲੋੜ ਨਹੀਂ। ਠੀਕ ਹੈ ਨਿਜਾ ਸਾਹਿਬ, ਅਗਲੀ ਤੁਕ ਬੋਲੋ। ਕੂੜੇ ਲਾਲਚ ਲਗ ਮਹਿਲ ਖਵਾਈਏ, ਸਭ ਜਗ ਠਗਿਓ ਠੱਗ ਆਈਏ ਜਾਈਏ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦੇ ਬੁਝਾਈਏ। ਹਾਂਜੀ ਵੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਤ੍ਰਿਸ਼ਨਾ ਦੀ ਅੱਗ ਹੈ, ਔਰ ਇਹਨੂੰ ਸ਼ਬਦ ਨੇ ਬੁਝਾਉਣਾ ਹੈ। ਕਿਉਂਕਿ ਸਾਡੀਆਂ ਵਾਸਨਾਵਾਂ, ਸਾਡੀਆਂ ਕਾਮਨਾਵਾਂ ਹੀ ਸਾਨੂੰ ਅੱਗੇ ਲੈ ਕੇ ਜਾਣਗੀਆਂ। ਉਹ ਬੀਜ ਹੈਗੇ ਨੇ, ਜਿੱਦਾਂ ਬੀਜ ਦੇ ਵਿੱਚ ਵੇਖਿਆ ਕਿੱਡਾ ਵੱਡਾ ਰੁੱਖ ਹੁੰਦਾ ਹੈ, ਤੇ ਉਹ ਰੁੱਖ ਉਦੋਂ ਪ੍ਰਗਟ ਹੋ ਜਾਂਦਾ ਜਦੋਂ ਉਹਨੂੰ ਧਰਤੀ ਤੇ ਬੀਜ ਦਿੰਦੇ ਹਾਂ ਆਪਾਂ ਕਿਸੇ ਵੀ ਬੀਜ ਨੂੰ। ਇਸੇ ਹੀ ਤਰ੍ਹਾਂ ਇਹਦੀਆਂ ਇੱਛਾਵਾਂ ਹੁੰਦੀਆਂ ਨੇ, ਕਾਮਨਾਵਾਂ, ਵਾਸਨਾਵਾਂ, ਇਹ ਬੀਜ ਨੇ, ਔਰ ਇਹ ਸਾਨੂੰ ਕੀ ਕਰਦੇ ਨੇ, ਅੱਗੇ ਗਤੀ ਕਰਾਈ ਜਾਂਦੇ ਨੇ। ਔਰ ਜਿੰਨਾ ਚਿਰ ਤੱਕ ਇੱਛਾ ਖਤਮ ਨਹੀਂ ਹੁੰਦੀ, ਉਹਨਾਂ ਚਿਰ ਤੱਕ ਅਸੀਂ ਰੁਕਾਂਗੇ ਨਹੀਂ। ਔਰ ਇੱਛਾ ਤੋਂ ਰਹਿਤ ਹੋਣਾ ਹੀ ਜੀਵਨ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ। ਆਖਰ ਦੇ ਵਿੱਚ ਨਾ ਤੁਹਾਡੇ ਅੰਦਰ ਕੋਈ ਇੱਛਾ ਨਹੀਂ ਰਹੇਗੀ, ਗਰੰਟੀ ਕਿ ਮੈਂ ਲਿਖ ਕੇ ਦਿਨਾ ਤੁਹਾਨੂੰ। ਤੁਸੀਂ ਭਗਤੀ ਕਰ ਲਓ, ਇੱਛਾ ਖਤਮ ਹੋ ਜਾਏਗੀ, ਕੋਈ ਇੱਛਾ ਨਹੀਂ ਰਹਿਣੀ ਕੁਛ ਪ੍ਰਾਪਤ ਕਰਨ ਦੀ। ਨਹੀਂ ਆ ਗਿਆ ਤਾਂ ਠੀਕ ਹੈ, ਨਹੀਂ ਆਇਆ ਤਾਂ ਵੀ ਠੀਕ ਹੈ, ਕੋਈ ਦੁੱਖ ਨਹੀਂ, ਕੋਈ ਸੰਤਾਪ ਨਹੀਂ। ਪੈਸੇ ਮਿਲ ਗਿਆ ਤਾਂ ਕੋਈ ਗੱਲ ਨਹੀਂ, ਚਲੇ ਵੀ ਗਏ ਤਾਂ ਕੋਈ ਗੱਲ ਨਹੀਂ। ਲੱਖ ਤੇ ਹਜ਼ਾਰ ਦੇ ਵਿੱਚ ਕੀ ਡਿਫਰੈਂਸ ਆ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਗੱਲ ਮੇਰੀ ਲਿਖ ਕੇ ਮੈਂ ਕਹਿ ਰਿਹਾ, ਲਿਖ ਕੇ ਐਡੀ ਉੱਚੀ ਅਵਸਥਾ ਹੋ ਜਾਏਗੀ, ਕੁਛ ਨਹੀਂ ਫਰਕ ਪੈਂਦਾ। ਅੰਦਰ ਇੱਕ ਵਿਸ਼ਾਲ ਪਰਬਤ ਬਣ ਜਾਏਗਾ। ਜਦੋਂ ਤੁਸੀਂ ਆਤਮਾ ਦੇ ਸੰਪਰਕ ਚ ਆ ਗਏ ਨਾ, ਅੰਦਰ ਕੰਪਨ ਨਹੀਂ ਪੈਦਾ ਹੋ ਸਕਦੀ। ਸੰਸਾਰ ਦਾ ਕੋਈ ਵੀ ਪਦਾਰਥ ਤੁਹਾਡੇ ਅੰਦਰ ਕੰਪਨ ਨਹੀਂ ਪੈਦਾ ਕਰ ਸਕਦਾ। ਤੁਸੀਂ ਡਰੋਗੇ ਨਹੀਂ, ਬੇਖੌਫ ਹੋ ਜਾਓਗੇ, ਭੈ ਤੋਂ ਮੁਕਤ ਹੋ ਜਾਓਗੇ, ਕਿਉਂਕਿ ਆਤਮਾ ਦੇ ਵਿੱਚ ਭੈ ਨਹੀਂ ਹੈਗਾ। ਔਰ ਜਦੋਂ ਇਨਸਾਨ ਆਤਮਾ ਦੇ ਵਿੱਚ ਚਲ ਜਾਂਦਾ ਹੈ, ਉਸ ਇਨਸਾਨ ਨੂੰ ਡਰਾਉਣਾ ਬਹੁਤ ਔਖਾ ਹੈ। ਠੀਕ ਹੈ, ਉਹ ਵੱਖਰੀ ਗੱਲ ਹੈ, ਉਹ ਮਤਲਬ ਐਡਜਸਟਮੈਂਟ ਕਰਦਾ ਰਹੇਗਾ, ਪਰ ਉਹਨੂੰ ਅੰਦਰੋਂ ਡਰਾਉਣਾ ਬਹੁਤ ਔਖਾ। ਜਿੱਥੇ ਮਰਜ਼ੀ ਜਾ ਸਕਦਾ ਹੈ, ਕਿਉਂਕਿ ਅੰਦਰ ਚੇਤਨਾ ਪ੍ਰਗਟ ਹੋ ਚੁੱਕੀ ਹੈ। ਉਹ ਚੇਤਨਾ ਜਿਹੜੀ ਹੈ ਉਹ ਆਤਮਾ ਦੀ ਹੈ, ਉਹ ਕਿਸੇ ਦੇ ਪ੍ਰਭਾਵ ਥੱਲੇ ਆਪਣਾ ਜੀਵਨ ਨਹੀਂ ਬਤੀਤ ਕਰਦੀ। ਖਾਸ ਕਰਕੇ ਪ੍ਰਕਿਰਤੀ ਦੇ ਵਿੱਚ ਰਹਿਣ ਵਾਲੇ ਸੰਸਾਰੀ ਜੀਵ ਉਸ ਇਨਸਾਨ ਨੂੰ ਡਰਾ ਨਹੀਂ ਸਕਦੇ। ਔਰ ਇਸ ਗੱਲ ਦੀ ਗਵਾਹੀ ਇਤਿਹਾਸ ਦਿੰਦਾ ਹੈ। ਇਤਿਹਾਸ 'ਚ ਵੇਖੋ, ਜਿਹੜੇ ਬ੍ਰਹਮ ਗਿਆਨੀ ਹੋਏ ਨੇ, ਉਹਨਾਂ ਨੂੰ ਡਰਾਉਣਾ ਬਹੁਤ ਔਖਾ ਹੈ, ਉਹਨਾਂ ਨੂੰ ਦੱਬਣਾ ਬੜਾ ਔਖਾ ਹੈ। ਕਿਉਂ? ਕਿਉਂਕਿ ਉਹ ਆਤਮਾ 'ਚ ਬਹਿ ਗਏ ਨੇ। ਆਤਮਾ ਦੇ ਵਿੱਚ ਖੌਫ ਨਹੀਂ ਹੈਗਾ, ਡਰ ਨਹੀਂ ਹੈਗਾ। ਉਹਨਾਂ ਨੂੰ ਤੁਸੀਂ ਮੌਤ ਦੇ ਡਰ ਦੇ ਨਾਲ ਡਰਾ ਨਹੀਂ ਸਕਦੇ। ਉਹ ਕੀ ਜਾਣਦੇ ਮੌਤ ਨੂੰ, ਉਹ ਨਹੀਂ ਪਰਵਾਹ ਕਰਦੇ। ਹਾਂਜੀ ਨਿਜਾ ਸਾਹਿਬ। ਬਸ ਜੀ, ਅੱਜ ਦਾ ਇੱਥੇ ਹੀ ਸੰਕੋਚਦੇ ਹਾਂ। ਹਾਂਜੀ ਠੀਕ ਹੈ ਨਿਜਾ ਸਾਹਿਬ। ਤੇ ਸਾਧ ਸੰਗਤ ਜੀ, ਬਸ ਇਹੋ ਹੀ ਆ। ਬਾਣੀ ਆਪਾਂ ਨੂੰ ਇਹ ਕਹਿ ਰਹੀ ਹੈ ਕਿ ਸੱਚ ਦੇ ਨਾਲ ਚੱਲੋ, ਸੱਚ ਦੇ ਵਿੱਚ ਜੀਵਨ ਬਤੀਤ ਕਰੋ। ਔਰ ਸੱਚ ਦੇ ਵਿੱਚ ਜੇ ਜੀਵਨ ਬਤੀਤ ਕਰਨਾ ਹੈ, ਦੇਖੋ ਇਹ ਨਾ, ਇਹ ਜਿਹੜਾ ਮਾਰਗ ਹੈ ਨਾ, ਇਹ ਮਾਰਗ ਆ ਸਮਰਪਣ ਦਾ। ਆਪਾਂ ਖੁਦ ਨਹੀਂ ਉੱਥੇ ਪਹੁੰਚ ਸਕਦੇ। ਇਹ ਬਿਲਕੁਲ, ਮੈਂ ਇਸ ਗੱਲ ਨੂੰ ਮੈਂ ਐਕਸੈਪਟ ਕਰਦਾ। ਇਹ ਕੇਵਲ ਤੁਸੀਂ ਉਸ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ, ਬਾਕੀ ਆਪਣੇ ਆਪ ਹੀ ਹੋ ਜਾਣਾ।
ਸਾਡੇ ਕੀਤਿਆਂ ਨਹੀਂ ਕੁਝ ਹੋਣਾ। ਇਹ ਮਨ ਦਾ ਵਹਿਮ ਹੈ। ਕਈ ਲੋਕ ਸੋਚਦੇ ਨੇ ਕਿ ਆਪਾਂ ਕਰਕੇ ਉੱਥੇ ਪਹੁੰਚ ਜਾਾਂਗੇ, ਚਲਾਕੀਆਂ ਚਲੂਕੀਆਂ। ਇਦਾਂ ਦੀ ਗੇਮ ਨਹੀਂ ਹੈਗੀ ਹੈ। ਜਾਂ ਤਾਂ ਤੁਸੀਂ ਆਪਣੀ ਚਲਾਕੀਆਂ ਨਾਲ ਚੱਲ ਜਾਓ ਤੇ ਜਾਂ ਸਮਰਪਣ ਕਰਕੇ ਚੱਲ ਜਾਓ। ਸਮਰਪਣ ਕਰਕੇ ਜਾਣਾ ਬਹੁਤ ਆਸਾਨ ਹੈ, ਉੱਥੇ ਮਿਹਨਤ ਵੀ ਘੱਟ ਆ ਤੇ ਕੰਮ ਛੇਤੀ ਰੋਕ ਆ ਜਾਂਦਾ। ਤੇ ਜਿਹੜਾ ਚਲਾਕੀਆਂ ਵਾਲਾ ਕੰਮ ਹੈ ਉਹ ਬੜਾ ਲੰਮਾ ਮਰ ਗਿਆ। ਉਹਦੇ ਚ ਸਮਾਂ ਬਹੁਤ ਲੱਗਦਾ ਹੈ ਔਰ ਪਤਾ ਵੀ ਨਹੀਂ ਅਸੀਂ ਪਹੁੰਚਣਾ ਕਿ ਨਹੀਂ ਪਹੁੰਚਣਾ। ਪਰ ਜੇਕਰ ਤੁਸੀਂ ਬ੍ਰਹਮ ਦੇ ਗਾੜੀ ਅਰਦਾਸ ਕਰ ਦਿੰਦੇ ਜੋ ਔਰ ਬ੍ਰਹਮ ਕੋ ਸਪੋਰਟ ਮੰਗ ਲੈਂਦੇ ਜੋ ਕਿ ਮੇਰੇ ਪਿਤਾ ਮੈਨੂੰ ਰਾਹ ਦਿਖਾ, ਤੇ ਫਿਰ ਮਸਲਾ ਬਹੁਤ ਛੇਤੀ ਹੱਲ ਹੋ ਜਾਂਦਾ। ਕੁਝ ਦਿਨਾਂ ਦੇ ਅੰਦਰ ਹੀ ਜੀਵਨ ਚ ਉਚਾਈ ਆ ਜਾਂਦੀ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਨੇ ਜੀ ਸਾਹਿਬ। ਹਾਂਜੀ, ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨੂੰ ਅੱਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਇਹ ਮੇਰੇ ਮਾਲਿਕ ਦੇਹ ਲੋਕਤਾ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਇੱਕ ਅਰਦਾਸ ਆਈ ਹੈ, ਇੱਕ ਮਾਤਾ ਦੀ ਅਰਦਾਸ ਹੈ। ਉਹਨਾਂ ਦੇ ਜੀਵਨ ਚ ਥੋੜੀ ਜਿਹੀ ਉਥਲ ਪੁਥਲ ਮਚੀ ਹੈ। ਆਪ ਉਹਨਾਂ ਨੂੰ ਆਪਣੇ ਭਾਣੇ ਵਿੱਚ ਜਲਾਓ, ਨਾਮਦਾਨ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਧ ਸੰਗਤ ਜੀ ਚੁੱਪ ਹੋ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।